हाँ जी, सत श्री अकाल दोस्तों। स्वागत है तुहाडा उड़ान इंस्टीट्यूट बठिंडा दे विच। अज दी इस क्लास दे विच असीं एजुकेशनल साइकोलॉजी डिस्कस करांगे। ये बहुत ही इंपॉर्टेंट सबजैक्ट आ, चाहे तुसीं PS टैट दे पॉइंट ऑफ व्यू तो देखोगे जां तुसीं C टैट दे पॉइंट ऑफ व्यू तो देखोगे। एजुकेशन साइकोलॉजी एक ऐसा कंसैप्ट आ जी जिहड़ा कि जिवें तुसीं B.Ed दे विच पढ़ के आओगे, इहनूं साइंस ऑफ बिहेवियर कहा जांदा। एक टीचर दे लई एक बिहेवियर नूं जानना बहुत जरूरी है, क्योंकि तुहाडे सामने जदों क्लास दे विच मान लो 50 बच्चे बैठे ने तो उन्हां दा बिहेवियर जानना बहुत जरूरी है। यही साइकोलॉजी तुहानूं सिखाउंदी आ कि उन्हां बच्चों के बिहेवियर नूं जान के तुसीं किवें उन्हां नूं सिखाओगे, किहड़े तरीके नाल सिखाओगे, किहड़े मैथड टैक्नीक्स वरतोगे, की उन्हां दीआं प्रॉब्लम्स ने, उन्हां दीआं प्रॉब्लम्स नूं तुसीं उन्हां दे बिहेवियर तो किस तरीके नाल जज करोगे, किवें उन्हां प्रॉब्लम्स नूं दूर करोगे वगैरह वगैरह। ਤਾਂ ਇਹ ਟੈਟ ਦੇ ਪੁਆਇੰਟ ਆਫ व्यू ਤੋਂ ਬਹੁਤ ਹੀ ਇੰਪੋਰਟੈਂਟ ਕਨਸੈਪਟ ਆ। ਤੁਸੀਂ ਸਿਲੇਬਸ ਦੇਖਿਆ ਹੋਊਗਾ 30 ਨੰਬਰ ਦਾ ਸੈਗਮੈਂਟ ਜਿਹੜਾ ਸਿੱਧੇ ਰੂਪ ਦੇ ਵਿੱਚ ਉਹ ਸਾਈਕੋਲੋਜੀ ਨੂੰ ਬਿਲੋਂਗ ਕਰਦਾਗਾ, ਜਿਹੜੇ ਪਹਿਲੇ 30 ਨੰਬਰ ਨੇ। ਇਸ ਤੋਂ ਬਿਨਾ ਜਦੋਂ ਅਸੀਂ ਪੈਡਾਗੋਗੀ ਦੀ ਗੱਲ ਕਰਦੇ ਹਾਂ, ਪੈਡਾਗੋਗੀ ਚਾਹੇ ਤੁਸੀਂ ਤੁਹਾਡੇ ਸਬਜੈਕਟ ਜੋ 60 ਨੰਬਰ ਦਾ ਉਸ ਸੈਗਮੈਂਟ ਦੇ ਵਿੱਚ ਗੱਲ ਕਰੋ ਜਾਂ ਦੋਨੋਂ ਲੈਂਗੁਏजेस ਦੇ ਵਿੱਚ ਗੱਲ ਕਰੋ, ਪੈਡਾਗੋਗੀ ਇੱਕ ਇੰਪੋਰਟੈਂਟ ਕਨਸੈਪਟ ਆ। ਪੈਡਾਗੋਗੀ ਵੀ ਸਾਈਕੋਲੋਜੀ ਦੇ ਬੇਸ ਤੇ ਹੀ ਪੈਡਾਗੋਗੀ ਬਣਦੀ ਆ। ਤਾਂ ਪੈਡਾਗੋਗੀ ਕੀ ਆ ਕਿ ਤੁਹਾਡੇ ਪੜਾਉਣ ਦਾ ਤਰੀਕਾ, ਕਿ ਤੁਸੀਂ ਬੱਚਿਆਂ ਨੂੰ, ਸਟੂਡੈਂਟਸ ਨੂੰ ਕਿਸ ਤਰੀਕੇ ਨਾਲ ਪੜ੍ਹਾ ਰਹੇ ਹੋ। ਐਜ਼ ਏ ਟੀਚਰ ਤੁਸੀਂ ਕਿਹੋ ਜਿਹਾ ਬਿਹੇਵ ਕਰ ਰਹੇ ਹੋ, ਐਜ਼ ਏ ਟੀਚਰ ਤੁਸੀਂ ਕਿਹੜੇ ਮੈਥਡ ਟੈਕਨੀਕਸ ਯੂਜ਼ ਕਰ ਰਹੇ ਹੋ, ਕੰਡੀਸ਼ਨਸ ਨੂੰ ਕਿਵੇਂ ਤੁਸੀਂ ਫੇਸ ਕਰ ਰਹੇ ਹੋ, ਇਸੇ ਨੂੰ ਪੈਡਾਗੋਗੀ ਕਹਿੰਦੇ ਆ ਅਸੀਂ। ਤਾਂ ਪੈਡਾਗੋਗੀ ਵੀ ਪੂਰੇ ਤਰੀਕੇ ਨਾਲ ਸਾਈਕੋਲੋਜੀ ਤੇ ਹੀ ਬੇਸਡ ਹੁੰਦੀ ਆ। ਜਦੋਂ ਤੁਸੀਂ ਸਾਈਕੋਲੋਜੀ ਨੂੰ ਸਮਝੋਗੇ ਤਾਂ ਪੈਡਾਗੋਗੀ ਦੇ ਵਿੱਚ ਵੀ ਤੁਸੀਂ ਸਟਰੋਂਗ ਹੋਵੋਗੇ। ਤਾਂ ਜਦੋਂ ਅਸੀਂ ਸਾਡੇ ਇਸ ਕਨਸੈਪਟ ਦੇ ਵਿੱਚ ਤੁਹਾਡੇ ਸਿਲੇਬਸ ਦੇ ਵਿੱਚ ਜਦੋਂ ਤੁਸੀਂ ਫਸਟ ਸਬਜੈਕਟ ਨੂੰ ਜਾਂ ਫਸਟ ਸੈਗਮੈਂਟ ਨੂੰ ਦੇਖਦੇ ਹੋ ਤਾਂ ਉਹਨੂੰ ਕੀ ਟਾਈਟਲ ਦਿੱਤਾ ਗਿਆ ਜੀ? ਉਹਨੂੰ ਟਾਈਟਲ ਦਿੱਤਾ ਗਿਆ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ। ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ, ਠੀਕ ਹੈ ਜੀ। ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਟਾਈਟਲ ਸਾਨੂੰ ਸਿਲੇਬਸ ਦੇ ਵਿੱਚ ਦਿੱਤਾ, ਇਹਦੇ ਅਸੀਂ ਰੂਬਰੂ ਹੁੰਨੇ ਆ, ਇਸ ਦੇ ਅਸੀਂ ਜਿਹੜੇ ਹੈਗੇ ਆ ਇੰਟਰੋਡਿਊਸ ਹੁੰਨੇ ਆ ਇਸ ਚੀਜ਼ ਨੂੰ ਲੈ ਕੇ। ਤਾਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ ਦਾ ਜੋ ਬੇਸ ਆ ਉਹ ਤੁਸੀਂ B.Ed ਦੇ ਵਿੱਚ ਪੜ੍ਹਿਆ ਜੀ। ਕਿਹੜੇ ਸਬਜੈਕਟ ਦੇ ਰੂਪ ਚ ਪੜ੍ਹਿਆ? ਐਜੂਕੇਸ਼ਨਲ ਸਾਈਕੋਲੋਜੀ। ਐਜੂਕੇਸ਼ਨਲ ਸਾਈਕੋਲੋਜੀ ਤੁਹਾਡਾ B.Ed ਦਾ ਜੋ ਮੇਨ ਸਬਜੈਕਟਸ ਹੁੰਦੇ ਆ B.Ed ਦੇ, ਇੱਕ ਫਿਲਾਸਫੀ ਤੇ ਇੱਕ ਸਾਈਕੋਲੋਜੀ, ਉਹਨਾਂ ਬਾਰੇ ਆਪਾਂ ਅੱਗੇ ਗੱਲ ਕਰਾਂਗੇ। ਤਾਂ ਐਜੂਕੇਸ਼ਨ ਸਾਈਕੋਲੋਜੀ ਆ, ਜੋ ਐਜੂਕੇਸ਼ਨ ਸਾਈਕੋਲੋਜੀ ਦੇ ਵਿੱਚ ਵੀ ਤੁਸੀਂ ਦੋ ਸ਼ਬਦ ਦੇਖ ਰਹੇ ਹੋ, ਇੱਕ ਐਜੂਕੇਸ਼ਨ ਤੇ ਇੱਕ ਸਾਈਕੋਲੋਜੀ। ਜਦੋਂ ਅਸੀਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਐਜੂਕੇਸ਼ਨ ਦਾ ਮੀਨਿੰਗ ਤੁਸੀਂ ਕੀ B.Ed ਦੇ ਵਿੱਚ ਜਿਹੜਾ ਤੁਹਾਨੂੰ ਸਮਝਾਇਆ ਸਿਖਾਇਆ ਗਿਆ ਸੀ, ਕੀ ਸੀ ਕਿ ਐਜੂਕੇਸ਼ਨ ਕੀ ਹੈ ਜੀ? ਐਜੂਕੇਅਰ, ਐਜੂਸੀਅਰ ਤੇ ਐਜੂਕੇਟਮ। ਇਹਨਾਂ ਸ਼ਬਦਾਂ ਤੋਂ ਮਿਲ ਕੇ ਐਜੂਕੇਸ਼ਨਲ ਜਾਂ ਐਜੂਕੇਸ਼ਨ ਸ਼ਬਦ ਬਣਿਆ, ਹਨਾ। ਇਹਨਾਂ ਸ਼ਬਦਾਂ ਦਾ ਮੀਨਿੰਗ ਕੀ ਆ? ਤਾਂ ਇਹਨਾਂ ਸ਼ਬਦਾਂ ਦਾ ਸਿੱਧਾ ਸਿੱਧਾ ਇੱਕੋ ਹੀ ਮੀਨਿੰਗ ਆ ਜਦੋਂ ਅਸੀਂ ਓਵਰਆਲ ਇੱਕ ਕਨਸੈਪਟ ਨੂੰ ਦੇਖਦੇ ਹਾਂ ਕਿ ਬੱਚੇ ਦੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਬਾਹਰ ਲੈ ਕੇ ਆਉਣਾ। ਐਜੂਕੇਸ਼ਨ ਦਾ ਮਤਲਬ ਕੀ ਆ ਕਿ ਬੱਚੇ ਦੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ, ਟੈਲੈਂਟ ਨੂੰ ਬਾਹਰ ਲੈ ਕੇ ਆਉਣਾ। ਅਸੀਂ ਜਦੋਂ ਇਹ ਬੱਚੇ ਦੇ ਅੰਦਰ ਛੁਪੀ ਹੋਈ ਪ੍ਰਤਿਭਾ ਬਾਹਰ ਲੈ ਕੇ ਆਉਣਾ ਤਾਂ ਉਹਨੂੰ ਅਸੀਂ ਐਜੂਕੇਸ਼ਨ ਕਹਿੰਦੇ ਹਾਂ। ਤਾਂ ਇੱਥੇ ਐਜੂਕੇਸ਼ਨ ਪੈਡਾਗੋਗੀ ਦਾ ਪਹਿਲਾ ਸਬਕ ਸਾਨੂੰ ਇਹ ਸਿਖਾਉਂਦੀ ਆ ਕਿ ਪੈਡਾਗੋਗੀ ਜਦੋਂ ਤੁਸੀਂ ਕਲਾਸ ਦੇ ਵਿੱਚ ਐਜ਼ ਏ ਟੀਚਰ ਜਾ ਰਹੇ ਹੋ ਤਾਂ ਤੁਸੀਂ ਇਹ ਗੱਲ ਮੰਨ ਕੇ ਚੱਲਣੀ ਹੈ ਕਿ ਬੱਚੇ 'ਚ ਕਾਬਲੀਅਤ ਹੈ, ਬੱਚਾ ਆਲਰੇਡੀ ਕਾਬਲੀਅਤ ਹੈ। ਕਾਬਲੀਅਤ ਤੁਸੀਂ ਉਹਦੇ ਅੰਦਰੋਂ ਬਾਹਰ ਲੈ ਕੇ ਆਉਣ ਦੇ ਮੌਕੇ ਪੈਦਾ ਕਰਨੇ। ਬੱਚਾ ਤੁਰੂਗਾ ਖੁਦ ਹੀ, ਬੱਚੇ ਦੀ ਤੁਸੀਂ ਉਂਗਲ ਫੜਨੀ ਹੈ, ਬੱਚੇ ਦੇ ਵਿੱਚ ਕਾਬਲੀਅਤ ਹੈ, ਉਹਨੂੰ ਪੇਸ਼ ਕਰਨ ਦੇ ਮੌਕੇ ਦੇਣੇ ਹੈਗੇ। ਇਹੀ ਐਜੂਕੇਸ਼ਨ ਹੈ। ਤਾਂ ਜਦੋਂ ਅਸੀਂ ਇੱਕ ਸ਼ਬਦ ਨੂੰ ਦੇਖ ਲੈਂਦੇ ਆ ਤਾਂ ਇਹਦਾ ਮਤਲਬ ਐਜੂਕੇਅਰ, ਐਜੂਸੀਅਰ, ਐਜੂਕੇਟਮ ਤਿੰਨਾਂ ਨੂੰ ਮਿਲਾ ਕੇ ਜਦੋਂ ਮੀਨਿੰਗ ਦੇਖਦੇ ਆ ਕਿ ਬੱਚੇ ਦੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ, ਟੈਲੈਂਟ ਨੂੰ ਬਾਹਰ ਲੈ ਕੇ ਆਉਣਾ।
ਤਾਂ ਟੀਚਰ ਨੇ ਇਹ ਮੌਕੇ ਦੇਣੇ ਆ, ਸਕੂਲ ਨੇ ਇਹ ਮੌਕੇ ਦੇਣੇ ਆ, এনवायरमेंट ਉਸ ਤਰੀਕੇ ਦਾ ਅਸੀਂ ਬਣਾ ਕੇ ਰੱਖਣਾ ਜਿਸ ਦੇ ਨਾਲ ਬੱਚੇ ਦੇ ਅੰਦਰ ਛੁਪੀ ਹੋਈ ਪ੍ਰਤਿਭਾ ਜਾਂ ਟੈਲੈਂਟ ਆ ਉਹ ਬਾਹਰ ਨਿਕਲ ਕੇ ਆਵੇ। ਸੈਕੰਡ ਜੀ ਸਾਈਕੋਲੋਜੀ ਇੱਕ ਜਿਹੜਾ ਹੈਗਾ ਅਲੱਗ ਕਨਸੈਪਟ ਆ ਜੀ, ਹਨਾ। ਦੋਨਾਂ ਨੂੰ ਦੋ ਸ਼ਬਦਾਂ ਦਾ ਜੋੜ ਆ ਜਿਹੜਾ ਆਹ ਤੁਹਾਡਾ ਸਬਜੈਕਟ ਬਣਿਆ ਐਜੂਕੇਸ਼ਨਲ ਸਾਈਕੋਲੋਜੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਤੁਸੀਂ ਪੜ੍ਹਿਆ ਕਿ ਇਹ ਸਾਈਕੋ ਪਲੱਸ ਲੌਗਸ ਤੋਂ ਬਣਿਆ ਸ਼ਬਦ ਹੈ, ਸਾਈਕੋ ਪਲੱਸ ਲੌਗਸ, ਜਿਸ ਦਾ ਮਤਲਬ ਕੀ ਆ, ਸਾਇੰਸ ਆਫ ਸੋਲ, ਆਤਮਾ ਦਾ ਗਿਆਨ, ਸਾਇੰਸ ਆਫ ਸੋਲ, ਆਤਮਾ ਦਾ ਗਿਆਨ, ਸਾਈਕੋ ਪਲੱਸ ਲੌਗਸ, ਸਾਇੰਸ ਆਫ ਸੋਲ। ਤਾਂ ਸਾਈਕੋਲੋਜੀ ਨੂੰ ਵੱਖ-ਵੱਖ ਸਮੇਂ ਤੇ ਕਈ ਤਰੀਕਿਆਂ ਨਾਲ ਸਮਝਿਆ ਗਿਆ। ਅੱਜ ਦੇ ਸਮੇਂ 'ਚ ਜਦੋਂ ਅਸੀਂ ਗੱਲ ਕਰਦੇ ਹਾਂ ਉਦੋਂ ਤਾਂ ਇਹਦਾ ਮੀਨਿੰਗ ਇਹੀ ਹੈ ਕਿ ਸਾਇੰਸ ਆਫ ਬਿਹੇਵੀਅਰ, ਪਰ ਜਦੋਂ ਅਸੀਂ ਪੁਰਾਤਨ ਸਮੇਂ ਤੋਂ ਜਦੋਂ ਹਰ ਸਬਜੈਕਟ ਇੱਕ ਡਿਵੈਲਪ ਹੁੰਦਾ ਹਨਾ, ਜਦੋਂ ਅਸੀਂ ਉਹ ਪ੍ਰੋਸੈਸ ਦੇਖਦੇ ਹਾਂ ਡਿਵੈਲਪ ਹੋਣ ਵਾਲਾ, ਤਾਂ ਸ਼ੁਰੂ ਤੋਂ ਹੀ ਸਾਇੰਸ ਆਫ ਬਿਹੇਵੀਅਰ ਨਹੀਂ ਸੀ। ਇਹ ਬੇਸਿਕਲੀ ਇਹਦੀ ਸ਼ੁਰੂਆਤ ਹੋਈ ਸਾਇੰਸ ਆਫ ਸੋਲ ਤੋਂ, ਠੀਕ ਹੈ ਜੀ। ਇਹਦੇ 'ਚ ਅਸੀਂ ਇਹਨੂੰ ਅਲੱਗ ਤੋਂ ਦੇਖਦੇ ਹਾਂ। ਤਾਂ ਸਾਈਕੋਲੋਜੀ ਸਭ ਤੋਂ ਪਹਿਲਾਂ ਆਇਆ ਜੀ ਸਾਇੰਸ ਆਫ ਸੋਲ, ਸਾਇੰਸ ਆਫ ਸੋਲ, ਠੀਕ ਹੈ ਜੀ। ਸਾਇੰਸ ਆਫ ਸੋਲ ਜਦੋਂ ਪੁਰਾਤਨ ਸਮੇਂ ਦੇ ਵਿੱਚ ਸਾਈਕੋਲੋਜੀ ਨੂੰ ਸਾਇੰਸ ਆਫ ਸੋਲ ਕਹਿੰਦੇ ਸੀ, ਤਾਂ ਉਦੋਂ ਇਹਦਾ ਮਤਲਬ ਕੀ ਸੀ ਕਿ ਇਹ ਤਾਂ ਜੀ ਆਤਮਾ ਦਾ ਗਿਆਨ ਆ। ਆਤਮਾ ਪੁਰਾਣੇ ਕਨਸੈਪਟ ਜਦੋਂ ਅਸੀਂ ਇੰਡੀਅਨ ਕਨਸੈਪਟ ਦੇ ਵਿੱਚ ਵੀ ਦੇਖਦੇ ਹਾਂ ਕਿ ਆਤਮਾ ਨੂੰ ਬਹੁਤ ਇੰਪੋਰਟੈਂਟ ਦਿੱਤੀ ਗਈ ਆ। ਆਤਮਾ ਦਾ ਸ਼ੁੱਧੀਕਰਨ ਕਰਨਾ, ਆਤਮਾ ਦਾ ਇਸ ਸਰੀਰ ਤੋਂ ਆਜ਼ਾਦ ਕਰਵਾਉਣਾ ਵਗੈਰਾ ਵਗੈਰਾ ਵਗੈਰਾ, ਹਨਾ, ਕਿ ਆਤਮਾ ਦਾ ਕੋਈ ਆਕਾਰ ਨਹੀਂ ਹੈ, ਇਹ ਸਰੀਰ ਦਾ ਪ੍ਰਮੁੱਖ ਰੂਪ ਆਤਮਾ। ਜਦੋਂ ਅਸੀਂ ਪੁਰਾਤਨ ਕਨਵੈਨਸ਼ਨਲ ਇੰਡੀਅਨ ਕਨਸੈਪਟਸ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਈਕੋਲੋਜੀ ਉਸ ਆਤਮਾ ਦਾ ਗਿਆਨ ਸੀ। ਮਤਲਬ ਕਿ ਜੇ ਸਿੱਧੇ ਰੂਪ 'ਚ ਆਪਾਂ ਗੱਲ ਕਰੀਏ ਕਿ ਬੱਚਾ ਸਾਹਮਣੇ ਬੈਠਾ ਕੀ ਬਿਹੇਵ ਕਰ ਰਿਹਾ, ਇਹਦੇ ਨਾਲ ਸਾਈਕੋਲੋਜੀ ਦਾ ਕੋਈ ਸੰਬੰਧ ਨਹੀਂ। ਉਹਦੇ ਅੰਦਰ ਆਤਮਾ ਕਿਸ ਤਰ੍ਹਾਂ ਦਾ ਕਨਸੈਪਟ ਆ, ਆਤਮਾ ਕਿਸ ਤਰ੍ਹਾਂ ਦਾ ਹੈ, ਦੁਖੀ ਸੁਖੀ, ਉਹ ਚੀਜ਼ਾਂ ਨੂੰ ਸਾਈਕੋਲੋਜੀ ਮੰਨਦੇ ਸੀਗੇ ਅਸੀਂ। ਪੁਰਾਣਾ ਕਨਸੈਪਟ ਸੀ, ਪਰ ਸਟਾਰਟਿੰਗ ਪੁਆਇੰਟ ਆਫ ਵਿਊ ਤੋਂ ਚਲੋ ਠੀਕ ਸੀ ਕਿ ਬੱਚੇ ਦੇ ਅੰਦਰ ਜੋ ਇੱਕ ਸਪਿਰਿਟ, ਇੱਕ ਪਾਵਰ ਆ, ਉਹ ਚੀਜ਼ ਸਾਈਕੋਲੋਜੀ ਹੈ। ਪਰ ਫਿਰ ਥੋੜਾ ਸਮਾਂ ਬਦਲਦਾਗਾ ਤੇ ਇਸ ਚੀਜ਼ ਨੂੰ ਕੀ ਨਾਮ ਦਿੱਤਾ ਜਾਂਦਾਗਾ, ਸਾਇੰਸ ਆਫ ਮਾਈਂਡ। ਫਿਰ ਕਹਿੰਦੇ ਜੀ ਆਤਮਾ ਦਾ ਨਹੀਂ, ਮਨ ਦਾ ਗਿਆਨ, ਮਨ ਦਾ ਗਿਆਨ ਹੈ, ਸਾਇੰਸ ਆਫ ਮਾਈਂਡ, ਮਨ। ਹੁਣ ਜੇ ਅਸੀਂ ਇੱਕ ਸਿੰਪਲ ਲੈਂਗੁਏਜ 'ਚ ਦੇਖਦੇ ਕਿ ਆਤਮਾ ਤੇ ਮਨ 'ਚ ਕੋਈ ਬਹੁਤਾ ਫਰਕ ਨਹੀਂ ਹੈ, ਦੋਨੋਂ ਹੀ ਨਿਰਅੰਕਾਰ ਨੇ, ਹਨਾ, ਦੋਨੋਂ ਇੱਕ ਕਨਸੈਪਚੁਅਲ ਬੇਸ ਨੇ। ਮਨ ਸਾਡੇ ਅੰਦਰ, ਮਨ 'ਚ ਕੀ ਚੱਲ ਰਿਹਾ, ਕਹਿੰਦੇ ਸਾਈਕੋਲੋਜੀ ਉਹ ਆ। ਤੁਸੀਂ ਬਿਹੇਵ ਕੁਝ ਹੋਰ ਕਰ ਰਹੇ ਹੋ, ਬਿਹੇਵ ਤੁਸੀਂ ਬਹੁਤ ਖੁਸ਼-ਖੁਸ਼ ਦਿਖ ਰਹੇ ਹੋ, ਪਰ ਮਨ ਤੁਹਾਡਾ ਉਦਾਸ ਆ, ਤਾਂ ਸਾਈਕੋਲੋਜੀ ਕੀ ਕਹਿੰਦੀ ਹੈ ਕਿ ਉਸ ਮਨ ਨੂੰ ਪੜ੍ਹਨਾ ਸੀ। ਤਾਂ ਸਾਡੇ ਰਿਸ਼ੀਆਂ ਮੁਨੀਆਂ ਪੁਰਾਤਨ ਕਨਵੈਨਸ਼ਨਲ ਪਾਰਟ ਦੇ ਵਿੱਚ ਅਸੀਂ ਦੇਖਿਆ ਕਿ ਅਸੀਂ ਉਸ ਮਨ ਦੀ ਗੱਲ ਕੀਤੀ ਹੈ। ਸਾਡੇ ਪੁਰਾਤਨ ਫਿਲਾਸਫਰਾਂ ਨੇ ਜਾਂ ਸਾਡੇ ਵਿਦਵਾਨਾਂ ਨੇ ਇਹ ਗੱਲਾਂ ਮਨ ਨੂੰ ਜਾਣਨ ਦੀ ਗੱਲ ਕੀਤੀ ਹੈ ਕਿ ਦੂਸਰੇ ਦੇ ਮਨ 'ਚ ਕੀ ਹੈ। ਉਸ ਸਮੇਂ ਸਾਈਕੋਲੋਜੀ ਸਿਰਫ ਮਨ ਨਾਲ ਸੰਬੰਧਿਤ ਸੀ। ਫਿਰ ਉਸ ਤੋਂ ਬਾਅਦ ਇੱਕ ਹੋਰ ਟਾਈਮ ਬਦਲਦਾ ਤਾਂ ਫਿਰ ਅਸੀਂ ਉਹਨੂੰ ਕੀ ਕਹਿੰਦੇ ਆ ਜੀ, ਸਾਇੰਸ ਆਫ ਕੌਨਸ਼ੀਅਸਨੈਸ। ਕੌਨਸ਼ੀਅਸਨੈਸ ਦਾ ਮਤਲਬ ਹੁੰਦਾ ਚੇਤਨਤਾ, ਚੇਤਨਤਾ, ਕੌਨਸ਼ੀਅਸਨੈਸ, ਸਾਇੰਸ ਆਫ ਕੌਨਸ਼ੀਅਸਨੈਸ। ਤਾਂ ਸਮਾਂ ਹੌਲੀ ਹੌਲੀ ਥੋੜਾ ਬਦਲਦਾ ਤੇ ਸਾਡੇ ਸਾਹਮਣੇ ਕਨਸੈਪਟ ਕੀ ਆਉਂਦਾ ਕਿ ਜੋ ਸਾਈਕੋਲੋਜੀ ਆ ਉਹ ਹੈ ਜੀ ਸਾਇੰਸ ਆਫ ਕੌਨਸ਼ੀਅਸਨੈਸ। ਜਦੋਂ ਅਸੀਂ ਕੌਨਸ਼ੀਅਸਨੈਸ ਦੇ ਕਨਸੈਪਟ ਨੂੰ ਸਮਝਣਾ ਤਾਂ ਸਾਨੂੰ ਥੋੜਾ ਇਹਨੂੰ ਡਿਫਾਈਨ ਕਰਨਾ ਪਊ। ਦੇਖੋ ਕੀ ਮੰਨਿਆ ਜਾਂਦਾ ਕਿ ਇਨਸਾਨ ਦੇ ਦਿਮਾਗ ਦੇ ਜੋ ਹੈ 3 ਪਾਰਟਸ ਨੇ, ਇੰਪੋਰਟੈਂਟਲੀ ਆਪਾਂ ਦੇਖੀਏ। ਜਿਵੇਂ ਕਿ ਪਹਿਲਾ ਹੈਗਾ ਜੀ ਕੌਨਸ਼ੀਅਸਨੈਸ, ਠੀਕ ਹੈ ਜੀ। ਕੌਨਸ਼ੀਅਸਨੈਸ ਮਾਈਂਡ ਕਹਿੰਦੇ ਨੇ, ਚਲੋ ਆਪਾਂ ਜਾਂ ਇਹਨੂੰ ਮਾਈਂਡ ਨਹੀਂ, ਆਪਾਂ ਕੌਨਸ਼ੀਅਸਨੈਸ ਸਟੇਜ ਜਾਂ ਲੈਵਲ ਕਹਾਂਗੇ। ਕੌਨਸ਼ੀਅਸਨੈਸ ਫਿਰ ਹੈ ਜੀ ਸਬਕੌਨਸ਼ੀਅਸ ਮਾਈਂਡ, ਵੀ ਤੁਸੀਂ ਵੈਸੇ ਕਹਿ ਸਕਦੇ ਹੋ, ਸੇਮ ਚੀਜ਼ ਆ। ਕੌਨਸ਼ੀਅਸ ਮਾਈਂਡ, ਸਬਕੌਨਸ਼ੀਅਸ ਮਾਈਂਡ, ਤੇ ਇੱਕ ਹੈਗਾ ਜੀ ਅਨਕੌਨਸ਼ੀਅਸ ਮਾਈਂਡ। ਇਹ 3 ਤਰ੍ਹਾਂ ਦੇ ਮਨ ਜਾਂ ਮਾਈਂਡ ਜਾਂ ਸਾਡੇ ਦਿਮਾਗ ਦੀਆਂ ਪਰਤਾਂ ਨੇ। ਹੁਣ
ਇਸ ਸਮੇਂ ਤੇ ਸਾਈਕੋਲੋਜੀ ਕੀ ਆ ਕਿ ਸਿਰਫ ਕੌਨਸ਼ੀਅਸ ਮਾਈਂਡ ਨੂੰ ਹੀ ਸਾਈਕੋਲੋਜੀ ਕਹਿੰਦੇ ਆ। ਤਾਂ ਕੌਨਸ਼ੀਅਸ ਮਾਈਂਡ ਕੀ ਹੁੰਦਾ ਜੀ? ਕੌਨਸ਼ੀਅਸ ਮਾਈਂਡ ਹੁੰਦਾ ਕਿ ਲਾਈਕ ਜਿਵੇਂ ਤੁਸੀਂ ਹੁਣ ਇਸ ਵੀਡੀਓ ਨੂੰ ਦੇਖ ਰਹੇ ਹੋ, ਤੁਸੀਂ ਕੌਨਸ਼ੀਅਸ ਹੋ ਕੇ ਦੇਖਦੇ ਹੋ ਕਿ ਤੁਸੀਂ ਮੇਰੀ ਗੱਲ ਨੂੰ ਸਮਝ ਰਹੇ ਹੋ, ਬਲੈਕ ਬੋਰਡ ਨੂੰ ਦੇਖ ਰਹੇ ਹੋ, ਕੁਝ ਨੋਟ ਕਰ ਰਹੇ ਹੋ, ਤੁਸੀਂ ਇਹਨਾਂ ਗੱਲਾਂ ਤੇ ਆਪਦਾ ਦਿਮਾਗ ਲਾ ਰਹੇ ਹੋ। ਜੋ ਤੁਸੀਂ ਪ੍ਰੈਜ਼ੈਂਟ 'ਚ ਹੋ ਉਹਨੂੰ ਅਸੀਂ ਕੌਨਸ਼ੀਅਸ ਮਾਈਂਡ ਕਹਿੰਦੇ ਆ। ਕੌਨਸ਼ੀਅਸ ਮਾਈਂਡ ਤਾਂ ਪ੍ਰੈਜ਼ੈਂਟ ਦੇ ਵਿੱਚ ਜਦੋਂ ਅਸੀਂ ਦੇਖੀਏ ਤਾਂ ਤੁਹਾਡੇ ਦਿਮਾਗ 'ਚ ਕਿੰਨਾ ਕੁ ਕੁਛ ਆ। ਇਹੀ ਆ ਕਿ ਇੱਕ ਲੈਕਚਰ ਚੱਲ ਰਿਹਾ ਹਨਾ, ਤੁਸੀਂ ਵੀਡੀਓ ਦੇਖ ਰਹੇ ਹੋ, ਤੁਸੀਂ ਨੋਟ ਕਰ ਰਹੇ ਹੋ ਕੁਛ ਨਾ ਕੁਛ, ਤੁਸੀਂ ਮੇਰੀ ਗੱਲ ਨੂੰ ਸੁਣ ਰਹੇ ਹੋ, ਇਹਨਾਂ ਚੀਜ਼ਾਂ ਤੇ ਦਿਮਾਗ ਲਗਾ ਰਹੇ ਹੋ, ਤਾਂ ਇਹ ਤੁਹਾਡਾ ਕੌਨਸ਼ੀਅਸ ਮਾਈਂਡ ਆ। ਠੀਕ ਹੈ ਜੀ। ਇਦੋਂ ਇੱਕ ਅਗਲੀ ਨੈਕਸਟ ਸਟੇਜ ਹੁੰਦੀ ਹੈ ਜੀ ਸਬ ਕੌਨਸ਼ੀਅਸ ਮਾਈਂਡ। ਤੁਹਾਡੇ ਦਿਮਾਗ 'ਚ ਬਹੁਤ ਕੁਝ ਭਰਿਆ ਹੋਇਆ, ਪਰ ਜੋ ਪ੍ਰੈਜ਼ੈਂਟ ਟਾਈਮ ਤੇ ਆ ਤੁਹਾਡੇ ਮਾਈਂਡ 'ਚ ਉਹ ਕੌਨਸ਼ੀਅਸ ਮਾਈਂਡ ਆ। ਸਬ ਕੌਨਸ਼ੀਅਸ ਮਾਈਂਡ ਦੀ ਗੱਲ ਕਰਾਂ ਜੇ ਮੈਂ ਫੋਰ ਐਗਜ਼ਾਮਪਲ ਮੈਂ ਇੱਕ ਸਿੰਗਰ ਦਾ ਨਾਮ ਲੈਦਾ ਕਿ ਗੁਰਦਾਸ ਮਾਨ ਹਨਾ, ਹੁਣ ਤੱਕ ਤੁਹਾਡੇ ਮਾਈਂਡ 'ਚ ਇਹ ਚੀਜ਼ ਨਹੀਂ ਸੀ, ਤੁਸੀਂ ਸਿਰਫ ਇਸ ਵੀਡੀਓ ਇਸ ਲੈਕਚਰ ਬਾਰੇ ਗੱਲ ਕਰ ਰਹੇ ਸੀ ਹਨਾ, ਪਰ ਹੁਣੇ ਮੈਂ ਤੁਹਾਡੇ ਮਾਈਂਡ 'ਚ ਇੱਕ ਚੀਜ਼ ਇੱਕ ਨਾਮ ਲੈਤਾ ਤੇ ਤੁਹਾਡੇ ਮਾਈਂਡ 'ਚ ਉਸ ਬੰਦੇ ਦੀ ਇਮੇਜ ਨਿਕਲ ਕੇ ਸਬ ਕੌਨਸ਼ੀਅਸ ਚੋਂ ਕੌਨਸ਼ੀਅਸ 'ਚ ਆ ਗਈ। ਤਾਂ ਆਪਾਂ ਕਿਸ ਸਿੱਟੇ ਤੇ ਪਹੁੰਚਦੇ ਹਾਂ ਕਿ ਸਬ ਕੌਨਸ਼ੀਅਸ ਤੇ ਇੱਕ ਤਾਂ ਤੁਹਾਡਾ ਕੰਟਰੋਲ ਹੁੰਦਾ। ਜਦੋਂ ਤੁਸੀਂ ਪੇਪਰ ਲਿਖਣ ਲੱਗਦੇ ਹੋ, ਪੇਪਰ ਦੇ ਹਾਲ 'ਚ ਜੇ ਐਂਟਰ ਕਰਦੇ ਹੋ ਤੁਹਾਨੂੰ ਲੱਗਦਾ ਸਾਨੂੰ ਕੁਝ ਵੀ ਨਹੀਂ ਆਉਂਦਾ, ਬਹੁਤ ਮੈਂ ਤਾਂ ਭੁੱਲ ਗਿਆ ਸਾਰਾ ਕੁਝ ਵਗੈਰਾ, ਪਰ ਜਿਵੇਂ ਤੁਸੀਂ ਪੇਪਰ 'ਚ ਲਿਖਣ ਲੱਗਦੇ ਹੋ ਤੁਹਾਡੇ ਦਿਮਾਗ 'ਚ ਸਬ ਕੌਨਸ਼ੀਅਸ 'ਚੋਂ ਚੀਜ਼ਾਂ ਨਿਕਲ ਕੇ ਕੌਨਸ਼ੀਅਸ 'ਚ ਆਉਣ ਲੱਗ ਜਾਂਦੀਆਂ। ਤਾਂ ਇੱਥੋਂ ਸਿੱਟਾ ਕੀ ਨਿਕਲਦਾ ਕਿ ਸਬ ਕੌਨਸ਼ੀਅਸ ਮਾਈਂਡ ਤੇ ਤੁਹਾਡਾ ਕੰਟਰੋਲ ਹੁੰਦਾ। ਠੀਕ ਹੈ ਜੀ। ਸਬ ਕੌਨਸ਼ੀਅਸ ਮਾਈਂਡ ਦੇ ਵਿੱਚੋਂ ਤੁਸੀਂ ਕਿਸੇ ਚੀਜ਼ ਨੂੰ ਕੌਨਸ਼ੀਅਸ ਮਾਈਂਡ ਦੇ ਵਿੱਚ ਲਿਆ ਸਕਦੇ ਹੋਗੇ। ਤਾਂ ਆਦਾਨ ਪ੍ਰਦਾਨ ਚੱਲਦਾ ਰਹਿੰਦਾ। ਠੀਕ ਹੈ ਜੀ। ਜਿਵੇਂ ਆਪਾਂ ਹੋਰ ਗੱਲ ਕਰੀ, ਮੈਂ ਤੁਹਾਨੂੰ ਆਖਦਾ ਕਿ ਤੁਸੀਂ ਆਪਦਾ ਸਭ ਤੋਂ ਵਧੀਆ ਟੂਰ ਦੱਸੋ, ਕਾਲਜ ਦੀ ਸਭ ਤੋਂ ਵਧੀਆ ਮੂਵਮੈਂਟ ਦੱਸੋ, ਕੋਈ ਯਾਦ ਦੱਸੋ, ਤਾਂ ਤੁਸੀਂ ਥੋੜਾ ਜਿਹਾ ਦਿਮਾਗ ਤੇ ਜ਼ੋਰ ਪਾਓਗੇ, ਸਬ ਕੌਨਸ਼ੀਅਸ ਚੋਂ ਕਿਸੇ ਚੀਜ਼ ਨੂੰ ਕਿਸੇ ਯਾਦ ਨੂੰ ਲੈ ਕੇ ਆਓਗੇ ਤੇ ਕੌਨਸ਼ੀਅਸ 'ਚ ਲੈ ਆਓਗੇ ਤੇ ਉਹ ਮੈਨੂੰ ਦੱਸ ਦਿਓਗੇ। ਤਾਂ ਇਹ ਦੋ ਲੈਵਲ ਨੇ ਬੇਸਿਕਲੀ, ਸਟੇਜਸ ਨੇ, ਇੱਕ ਤਰ੍ਹਾਂ ਦੇ ਪੱਧਰ ਨੇ ਮਾਈਂਡ ਦੇ। ਇੱਕ ਕੌਨਸ਼ੀਅਸ ਮਾਈਂਡ ਜੋ ਪ੍ਰੈਜ਼ੈਂਟ ਟਾਈਮ 'ਚ ਤੁਹਾਡਾ ਇਸ ਵੇਲੇ ਮਾਈਂਡ ਹੈ ਜੋ ਤੁਸੀਂ ਵਰਤ ਰਹੇ ਹੋ, ਇੱਕ ਸਬ ਕੌਨਸ਼ੀਅਸ ਮਾਈਂਡ ਜੋ ਤੁਹਾਡਾ ਸਟੋਰ ਆ, ਦਿਮਾਗ ਦੇ ਵਿੱਚ ਬੜਾ ਕੁਝ ਪਿਆ ਪਰ ਉਹਨਾਂ ਨੂੰ ਤੁਸੀਂ ਜਦੋਂ ਚਾਹੋ ਉਹਨਾਂ ਨੂੰ ਲਿਆ ਸਕਦੇ ਹੋ ਤੁਸੀਂ ਕੌਨਸ਼ੀਅਸ ਦੇ ਵਿੱਚ, ਉਹਨੂੰ ਸਬ ਕੌਨਸ਼ੀਅਸ ਕਹਿੰਦੇ ਆ। ਇੱਕ ਹੁੰਦਾ ਜੀ ਸਾਡਾ ਅਨਕੌਨਸ਼ੀਅਸ ਮਾਈਂਡ। ਅਨਕੌਨਸ਼ੀਅਸ ਮਾਈਂਡ ਤਾਂ ਅਨਕੌਨਸ਼ੀਅਸ ਮਾਈਂਡ ਕੀ ਹੁੰਦਾ ਜੀ? ਇਸ ਮਾਈਂਡ ਦੇ ਵਿੱਚ ਸਾਡਾ ਕੰਟਰੋਲ ਨਹੀਂ ਹੁੰਦਾ। ਨਾ ਤਾਂ ਮੈਂ ਕੋਈ ਨਾਮ ਜਾਂ ਤੁਹਾਨੂੰ ਕੁਝ ਯਾਦ ਕਰਵਾ ਕੇ ਇਸ ਮਾਈਂਡ ਚੋਂ ਇੱਥੇ ਲਿਆ ਸਕਦਾ ਕੁਝ, ਨਾ ਤੁਸੀਂ ਖੁਦ। ਸਾਡੇ ਦਿਮਾਗ ਦਾ ਵੱਡਾ ਹਿੱਸਾ ਅਨਕੌਨਸ਼ੀਅਸ ਮਾਈਂਡ ਹੀ ਆ। ਸਾਡੀਆਂ ਦੱਬੀਆਂ ਹੋਈਆਂ ਇੱਛਾਵਾਂ, ਸਾਡੇ ਸੁਪਨੇ, ਸਾਡੇ ਡ੍ਰੀਮਸ ਵਗੈਰਾ ਵਗੈਰਾ ਜਿਹੜੀਆਂ ਇਹ ਚੀਜ਼ਾਂ ਨੇ ਨਾ, ਇਹ ਸਭ ਕੁਝ ਜੋ ਕਿਸੇ ਟਾਈਮ ਤੁਹਾਡੀ ਇੱਛਾ ਸੀ ਪਰ ਭੁੱਲ ਭੁਲਾ ਗਏ ਤੁਸੀਂ, ਅੱਜ ਤੁਸੀਂ ਚਾਹ ਕੇ ਵੀ ਉਸ ਨੂੰ ਯਾਦ ਨਹੀਂ ਕਰਦੇ, ਉਹ ਅਨਕੌਨਸ਼ੀਅਸ 'ਚ ਪਈ ਆ। ਜਿਵੇਂ ਕਿ ਸਾਨੂੰ ਕਈ ਵਾਰੀ ਸੁਪਨੇ ਆਉਂਦੇ ਨੇ, ਸੁਪਨੇ ਆਉਂਦੇ ਅਸੀਂ ਦੇਖਦੇ ਹਾਂ ਵੀ ਸਵੇਰੇ ਯਾਰ ਰਾਤ ਜਿਹੜਾ ਸੁਪਨਾ ਆਇਆ ਉਹ ਤਾਂ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ, ਉਹ ਤਾਂ ਮੈਂ ਬੰਦੇ ਨੂੰ ਕਦੇ ਯਾਦ ਹੀ ਨਹੀਂ ਕੀਤਾ ਜਿਹੜਾ ਰਾਤ ਮੇਰੇ ਸੁਪਨੇ 'ਚ ਆਇਆ। ਇਟ ਮੀਨਸ ਉਹ ਸੁਪਨੇ ਅਨਕੌਨਸ਼ੀਅਸ ਮਾਈਂਡ 'ਚੋਂ ਆਏ। ਤੁਹਾਨੂੰ ਅਨਕੌਨਸ਼ੀਅਸ ਮਾਈਂਡ 'ਚੋਂ ਨਿਕਲ ਕੇ ਚੀਜ਼ਾਂ ਕੌਨਸ਼ੀਅਸ ਮਾਈਂਡ 'ਚ ਆਉਂਦਾ। ਠੀਕ ਹੈ ਜੀ। ਤਾਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜੋ ਅਨਕੌਨਸ਼ੀਅਸ ਮਾਈਂਡ 'ਚੋਂ ਕੌਨਸ਼ੀਅਸ ਮਾਈਂਡ 'ਚ ਆਪਣੇ ਆਪ ਆਉਂਦੀਆਂ, ਪਰ ਤੁਹਾਡਾ ਕੰਟਰੋਲ ਨਹੀਂ ਹੁੰਦਾ ਇਹਨਾਂ ਤੇ। ਕਦੇ ਤੁਹਾਡਾ ਬਿਹੇਵੀਅਰ, ਤੁਹਾਨੂੰ ਬਹੁਤ ਜ਼ਿਆਦਾ ਕਿਸੇ ਤੇ ਗੁੱਸਾ ਆ ਜਾਣਾ, ਬਾਅਦ 'ਚੋਂ ਤੁਸੀਂ ਸੋਚਦੇ ਹੋ ਯਾਰ ਇੰਨਾ ਗੁੱਸਾ ਮੈਂ ਕਿਉਂ ਕੀਤਾ, ਐਕਚੁਅਲ 'ਚ ਤਾਂ ਆਮ ਤਾਂ ਮੈਂ ਇੰਨਾ ਕਰਦਾ ਨਹੀਂ ਗੁੱਸਾ, ਤਾਂ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਜੋ ਇੱਕ ਫੀਲਿੰਗਸ ਨੇ ਉਹ ਨਿਕਲ ਕੇ ਬਾਹਰ ਆ ਜਾਂਦੀਆਂ ਨੇ। ਤਾਂ ਇਹਨਾਂ ਤੇ ਤੁਹਾਡਾ ਕੰਟਰੋਲ ਨਹੀਂ ਹੁੰਦਾ। ਅਨਕੌਨਸ਼ੀਅਸ ਮਾਈਂਡ ਫ੍ਰੀ ਮਾਈਂਡ ਹੁੰਦਾ। ਕਦੇ ਨਾ ਕਦੇ ਕਿਸੇ ਖਾਸ ਘਟਨਾਵਾਂ ਜਾਂ ਕਿਸੇ ਖਾਸ ਐਕਟੀਵਿਟੀਜ਼ ਦੇ ਨਾਲ ਇਹ ਮਾਈਂਡ 'ਚੋਂ ਕੋਈ ਨਾ ਕੋਈ ਚੀਜ਼ ਨਿਕਲ ਕੇ ਤੁਹਾਡੇ ਕੌਨਸ਼ੀਅਸ ਦੇ ਵਿੱਚ ਆਉਂਦੀ ਆ, ਪਰ ਕੌਨਸ਼ੀਅਸ ਤੇ ਸਬ ਕੌਨਸ਼ੀਅਸ ਤੁਹਾਡੇ ਕੰਟਰੋਲ 'ਚ ਹੈ। ਤਾਂ ਕੌਨਸ਼ੀਅਸ ਮਾਈਂਡ ਉਹ ਮਾਈਂਡ ਜੋ ਤੁਸੀਂ ਐਟ ਪ੍ਰੈਜ਼ੈਂਟ ਜਿੱਥੇ ਬੈਠੇ ਹੋ ਉੱਥੇ ਤੁਹਾਡਾ ਮਾਈਂਡ ਹੈ, ਜਿਹੜਾ ਤੁਸੀਂ ਪ੍ਰੈਜ਼ੈਂਟ 'ਚ ਵਰਤ ਰਹੇ ਹੋ, ਉਹਨੂੰ ਅਸੀਂ ਕੌਨਸ਼ੀਅਸ ਮਾਈਂਡ ਕਹਿੰਦੇ ਹਾਂ। ਠੀਕ ਹੈ ਜੀ। ਤਾਂ ਇਸ ਸਮੇਂ ਕੀ ਸੀ ਕਿ ਸਾਇੰਸ ਆਫ ਕੌਨਸ਼ੀਅਸਨੈਸ ਆ ਜੋ, ਸਾਇੰਸ ਆਫ ਕੌਨਸ਼ੀਅਸਨੈਸ ਆ ਜੋ, ਇਹੀ ਸਿਰਫ ਸਾਈਕੋਲੋਜੀ ਆ। ਤਾਂ ਸਾਇੰਸ ਆਫ ਕੌਨਸ਼ੀਅਸਨੈਸ ਤਾਂ ਇੰਨਾ ਮਾਈਂਡ ਹੈ। ਤਾਂ ਕੀ ਗੱਲ ਸਾਡੇ ਸਾਹਮਣੇ ਨਿਕਲ ਕੇ ਆਈ ਕਿ ਸਾਡੇ ਦਿਮਾਗ ਦਾ ਸਿਰਫ ਇੱਕ ਹਿੱਸੇ ਨੂੰ ਹੀ ਅਸੀਂ ਸਾਈਕੋਲੋਜੀ ਮੰਨਿਆ ਇਸ ਸਮੇਂ ਤੇ, ਆਹ ਸਬ ਕੌਨਸ਼ੀਅਸ ਤੇ ਅਨਕੌਨਸ਼ੀਅਸ ਨੂੰ ਅਸੀਂ ਸਾਈਕੋਲੋਜੀ ਮੰਨੇ ਹੀ ਨਹੀਂ। ਪਰ ਤੁਸੀਂ ਸੋਚ ਕੇ ਦੇਖੋ ਕਿ ਕਿਸੇ ਬੱਚੇ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ, ਤੁਸੀਂ ਕਲਾਸ ਦੇ ਵਿੱਚ ਉਹਦਾ ਅੱਜ ਗੁੱਸਾ ਤਾਂ ਦੇਖ ਲਿਆ, ਉਹ ਤਾਂ ਕੌਨਸ਼ੀਅਸ ਸੀਗਾ, ਕੌਨਸ਼ੀਅਸਨੈਸ 'ਚ ਗੁੱਸਾ ਉਹਦਾ ਆਇਆ, ਪਰ ਉਸ ਦੇ ਗੁੱਸੇ ਦੇ ਪਿੱਛੇ ਕਾਰਨ ਕੀ ਆ, ਉਸ ਬਿਹੇਵ ਦੇ ਪਿੱਛੇ ਕਾਰਨ ਕੀ ਆ? ਤੁਸੀਂ ਜਿਹੜਾ ਕੇਸ ਸਟੱਡੀ ਕਰਦੇ ਹੋ ਨਾ, ਬੀਐਡ 'ਚ ਕਰਕੇ ਆਏ ਆਪਾਂ ਕੇਸ ਸਟੱਡੀ, ਤਾਂ ਉਹ 'ਚ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਬੱਚੇ ਦਾ ਇਹ ਹਾਲਾਤ ਕਿਉਂ ਬਣੇ। ਤਾਂ ਬੇਸਿਕਲੀ ਉਹ ਤਾਂ ਸਬਕੌਨਸ਼ੀਅਸ ਜਾਂ ਅਨਕੌਨਸ਼ੀਅਸ 'ਚ ਹੀ ਪਿਆ ਸਾਰਾ ਕੁਝ। ਤਾਂ ਫਿਰ ਸਾਈਕੋਲੋਜੀ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਿਰਫ ਸਾਇੰਸ ਆਫ ਕੌਨਸ਼ੀਅਸਨੈਸ ਹੀ ਆ?
ਤਾਂ ਇਹ ਗੱਲ ਹੋਈ। ਆਈ ਥਿੰਕ ਤੁਸੀਂ ਮੇਰੇ ਪੁਆਇੰਟ ਨੂੰ ਸਮਝੇ ਹੋਵੋਗੇ। ਤਾਂ ਇਸ ਧਾਰਨਾ ਨੂੰ ਵੀ ਗਲਤ ਸਾਬਤ ਕਰ ਦਿੱਤਾ ਗਿਆ ਕਿ ਬਈ ਸਾਈਕੋਲੋਜੀ ਸਿਰਫ ਸਾਇੰਸ ਆਫ ਕੌਨਸ਼ੀਅਸਨੈਸ ਨਹੀਂ ਹੈ, ਇਸ ਤੋਂ ਵੀ ਕੁਝ ਜ਼ਿਆਦਾ। ਕੀ ਹੈ ਜੀ ਉਹ? ਸਾਇੰਸ ਆਫ ਬਿਹੇਵੀਅਰ। ਸਾਇੰਸ ਆਫ ਬਿਹੇਵੀਅਰ, ਵਿਵਹਾਰ ਦਾ ਗਿਆਨ। ਤਾਂ ਪ੍ਰੈਜ਼ੈਂਟ ਟਾਈਮ ਜੋ ਹੁਣ ਦੇ ਸਮੇਂ ਤੇ ਜੋ ਕਨਸੈਪਟ ਆ ਸਾਈਕੋਲੋਜੀ ਨੂੰ ਲੈ ਕੇ, ਜੋ ਮੀਨਿੰਗ ਆ ਸਾਈਕੋਲੋਜੀ ਦਾ, ਉਹ ਹੈ ਜੀ ਸਾਇੰਸ ਆਫ ਬਿਹੇਵੀਅਰ, ਵਿਵਹਾਰ ਦਾ ਗਿਆਨ। ਸਾਹਮਣੇ ਬੈਠੇ ਬੱਚੇ ਦੇ ਵਿਵਹਾਰ ਨੂੰ ਦੇਖ ਕੇ ਤੁਸੀਂ ਜਾਣਨਾ ਕਿ ਬੱਚਾ ਕਿਹੜੀ ਮੁਸ਼ਕਲ 'ਚ ਜਾਂ ਕਿਹੜੀ ਅੱਛੀ ਸਿਚੁਏਸ਼ਨ 'ਚ ਆ, ਉਹਦੇ ਵਿਵਹਾਰ ਨੂੰ ਤੁਸੀਂ ਕਿਵੇਂ ਕੰਟਰੋਲ ਕਰਨਾਗਾ, ਕਿਵੇਂ ਮੋਲਡ ਕਰਨਾਗਾ, ਕਿਹੜੇ ਤਰੀਕੇ ਨਾਲ ਉਹਦੇ ਵਿਵਹਾਰ 'ਚ ਪਰਿਵਰਤਨ ਲੈ ਕੇ ਆਉਣਾਗਾ, ਹਨਾ। ਤਾਂ ਤੁਸੀਂ ਹੁਣ ਦੇਖੋ ਵਿਵਹਾਰ ਆ, ਤੁਸੀਂ ਲਰਨਿੰਗ ਪੜ੍ਹਦੇ ਹੋ ਟੈਟ ਦੇ ਵਿੱਚ ਵੀ ਜਾਂ ਬੀਐਡ 'ਚ ਪੜ੍ਹ ਕੇ ਹੋ। ਲਰਨਿੰਗ ਦਾ ਮਤਲਬ ਕੀ ਆ? ਮੋਡੀਫਿਕੇਸ਼ਨ ਆਫ ਬਿਹੇਵੀਅਰ। ਲਰਨਿੰਗ ਦਾ ਮਤਲਬ ਇਹੀ ਹੈ ਨਾ, ਮੋਡੀਫਿਕੇਸ਼ਨ ਆਫ ਬਿਹੇਵੀਅਰ। ਤੇ ਉਸ ਬਿਹੇਵੀਅਰ 'ਚ ਤੁਸੀਂ ਮੋਡੀਫਿਕੇਸ਼ਨ ਲੈ ਕੇ ਕਿਵੇਂ ਆਓਗੇ ਜੇ ਤੁਸੀਂ ਉਸ ਬਿਹੇਵੀਅਰ ਬਾਰੇ ਜਾਣਦੇ ਹੀ ਨਹੀਂ? ਤਾਂ ਇੱਥੋਂ ਤੁਸੀਂ ਮੇਰੀ ਗੱਲ ਨੂੰ ਸਮਝ ਗਏ ਹੋਵੋਗੇ ਕਿ ਸਾਈਕੋਲੋਜੀ ਸਾਡੇ ਟੈਟ ਲਈ ਕਿੰਨੀ ਇੰਪੋਰਟੈਂਟ ਚੀਜ਼ ਆ, ਕਿਉਂਕਿ ਸਾਈਕੋਲੋਜੀ ਨੇ ਹੀ ਤੁਹਾਨੂੰ ਉਸ ਬਿਹੇਵੀਅਰ ਨੂੰ ਸਮਝਣ ਦਾ, ਉਹਦੀਆਂ ਬਰੀਕੀਆਂ ਬਾਰੇ ਦੱਸਣਾ ਗਾ। ਤਾਂ ਅੱਜ ਦੇ ਸਮੇਂ ਤੇ ਅਸੀਂ ਸਾਈਕੋਲੋਜੀ ਨੂੰ ਸਾਇੰਸ ਆਫ ਬਿਹੇਵੀਅਰ ਕਹਿੰਦੇ ਹਾਂ ਜੀ, ਵਿਵਹਾਰ ਦਾ ਗਿਆਨ। ਠੀਕ ਹੈ ਜੀ, ਕਲੀਅਰ ਹੈ ਜੀ ਗੱਲ। ਤਾਂ ਆਪਾਂ ਕਿੱਥੇ ਸੀ? ਆਪਾਂ ਗੱਲ ਕਰ ਰਹੇ ਸੀਗੇ ਐਜੂਕੇਸ਼ਨ ਸਾਈਕੋਲੋਜੀ ਦੀ। ਦੇਖੋ ਸਾਈਕੋਲੋਜੀ ਤਾਂ ਵੈਸੇ ਦੇਖਿਆ ਜਾਵੇ ਕਿ ਕਈ ਤਰ੍ਹਾਂ ਦੀ ਸਾਈਕੋਲੋਜੀ ਹੁੰਦੀ ਹੈ ਜੀ। ਸਾਈਕੋਲੋਜੀ ਕੋਈ ਇੱਕ ਤਰ੍ਹਾਂ ਦੀ ਸਾਈਕੋਲੋਜੀ ਨਹੀਂ ਹੁੰਦੀ, ਸਾਈਕੋਲੋਜੀ ਤਾਂ ਬਹੁਤ ਤਰ੍ਹਾਂ ਦੀ ਹੁੰਦੀ ਆ। ਵਿਵਹਾਰ ਤਾਂ ਲੋਕਾਂ ਦਾ ਜ਼ਰੂਰੀ ਤਾਂ ਨਹੀਂ ਨਾ ਹੈ ਕਿ ਉਹ ਐਜੂਕੇਸ਼ਨ ਜਾਂ ਸਟੂਡੈਂਟ ਜਾਂ ਟੀਚਰ ਦਾ ਹੀ ਵਿਵਹਾਰ ਹੁੰਦਾ। ਵਿਵਹਾਰ ਤਾਂ ਇੱਕ ਡਾਕਟਰ ਦਾ ਵੀ ਹੁੰਦਾ, ਇੱਕ ਆਰਮੀ ਮੈਨ ਦਾ ਵੀ ਹੁੰਦਾ, ਕਿਸੇ ਹੋਰ ਤੁਸੀਂ MBA ਕਲਾਸ ਲਾ ਲਓ, ਬਿਜ਼ਨਸ ਕਲਾਸ, ਉਹਦੇ 'ਚ ਵੀ ਵਿਵਹਾਰ ਤਾਂ ਹੁੰਦਾ। ਸਾਰੇ ਲੋਕਾਂ ਦੇ ਅਲੱਗ-ਅਲੱਗ ਕਿੱਤਿਆਂ ਮੁਤਾਬਕ, ਐਜੂਕੇਸ਼ਨ ਮੁਤਾਬਕ ਅਲੱਗ-ਅਲੱਗ ਬਿਹੇਵੀਅਰਸ ਨੇ। ਪਰ ਤੁਸੀਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਆਪਣੇ ਅਕੋਰਡਿੰਗ ਜੋ ਬਿਹੇਵੀਅਰ ਦੀ ਆਪਾਂ ਗੱਲ ਕਰਨੀ ਆ, ਆਪਣੇ ਅਕੋਰਡਿੰਗ ਬਿਹੇਵੀਅਰ ਜਿਸ ਬਾਰੇ ਆਪਾਂ ਪੜ੍ਹਨਾ, ਉਹ ਐਜੂਕੇਸ਼ਨਲ ਸਾਈਕੋਲੋਜੀ ਹੈ। ਸਿਰਫ ਐਜੂਕੇਸ਼ਨ ਸਾਈਕੋਲੋਜੀ ਦਾ ਮਤਲਬ ਕੀ ਆ ਕਿ ਜੋ ਐਜੂਕੇਸ਼ਨ ਨਾਲ ਜੁੜਿਆ ਹੋਇਆ ਬਿਹੇਵ ਆ, ਅਸੀਂ ਸਿਰਫ ਉਹਦੇ ਬਾਰੇ ਪੜ੍ਹਨਾ। ਸਾਈਕੋਲੋਜੀ ਦੇ ਆਪ ਦੇ ਤਾਂ ਬੜੇ ਸਾਰੇ ਪਾਰਟਸ ਜਾਂ ਸੈਗਮੈਂਟਸ ਨੇ, ਜਿਵੇਂ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਕਿ ਪੁਲਿਸ ਸਾਈਕੋਲੋਜੀ, ਆਰਮੀ ਸਾਈਕੋਲੋਜੀ, ਲੇਬਰ ਸਾਈਕੋਲੋਜੀ ਵਗੈਰਾ ਵਗੈਰਾ, ਬਹੁਤ ਸਾਰੇ। ਆਪਾਂ ਸਿਰਫ ਐਜੂਕੇਸ਼ਨਲ ਸਾਈਕੋਲੋਜੀ ਬਾਰੇ ਪੜ੍ਹਨਾ। ਤਾਂ ਐਜੂਕੇਸ਼ਨ ਦੇ ਵਿੱਚ ਜਦੋਂ ਅਸੀਂ ਗੱਲ ਕਰੀਏ ਕਿ ਟੀਚਿੰਗ ਲਰਨਿੰਗ ਪ੍ਰੋਸੈਸ ਚੱਲਦਾ, ਹਨਾ। ਐਜੂਕੇਸ਼ਨ ਦਾ ਮਤਲਬ ਤਾਂ ਇਹੀ ਹੈ ਨਾ, ਟੀਚਿੰਗ ਲਰਨਿੰਗ ਪ੍ਰੋਸੈਸ। ਤਾਂ ਜੋ ਟੀਚਿੰਗ ਲਰਨਿੰਗ ਪ੍ਰੋਸੈਸ ਚੱਲਦਾ, ਤਾਂ ਕਿਹੜੇ 3 ਇੰਪੋਰਟੈਂਟ ਪਾਰਟ ਜਾਂ ਬੇਸਿਕਲੀ ਪਿਲਰ ਜਾਂ ਬੇਸ ਨੇ ਐਜੂਕੇਸ਼ਨ ਦਾ? ਤਾਂ ਤੁਸੀਂ ਜਾਣਦੇ ਹੋ ਕਿ ਉਹਨੂੰ ਤੁਹਾਡੀਆਂ ਕਿਤਾਬਾਂ ਤੇ ਇਸ ਤਰੀਕੇ ਨਾਲ ਦਿਖਾਇਆ ਹੋਇਆ। ਇਸ ਦੇ ਵਿੱਚ ਅਸੀਂ ਸਟੂਡੈਂਟ ਦੀ ਗੱਲ ਕਰਦੇ ਹਾਂ, ਅਸੀਂ ਟੀਚਰ ਦੀ ਗੱਲ ਕਰਦੇ ਹਾਂ, ਅਸੀਂ এনवायरमेंट ਦੀ ਗੱਲ ਕਰਦੇ ਹਾਂ, ਵਾਤਾਵਰਣ ਦੀ ਗੱਲ ਕਰਦੇ ਹਾਂ। ਅਸੀਂ ਕਹਿੰਦੇ ਹਾਂ ਜੀ ਕਿ 3 ਮੇਨ ਪਿਲਰ ਨੇ ਐਜੂਕੇਸ਼ਨ ਦੇ, ਜਿਸ ਦੇ ਵਿੱਚ ਸਿੱਖਣ ਸਿਖਾਉਣ ਪ੍ਰਕਿਰਿਆ ਚੱਲਦੀ ਹੈ, ਟੀਚਿੰਗ ਲਰਨਿੰਗ ਪ੍ਰੋਸੈਸ ਚੱਲਦਾ। ਠੀਕ ਹੈ ਜੀ। ਤਾਂ ਇਹਦੇ 'ਚ ਕੀ ਹੈ ਜੀ? ਇੱਕ ਸਟੂਡੈਂਟ, ਇੱਕ ਟੀਚਰ ਤੇ ਇੱਕ এনवायरमेंट। ਤਾਂ ਐਜੂਕੇਸ਼ਨ 'ਚ 3 ਨੇ। ਤੇ ਸਾਈਕੋਲੋਜੀ ਹੁਣ ਅਸੀਂ ਕੀ ਸਮਝੇ ਆ ਕਿ ਸਾਇੰਸ ਆਫ ਬਿਹੇਵੀਅਰ ਆ ਜੀ, ਮਤਲਬ ਕਿ ਵਿਵਹਾਰ ਦਾ ਗਿਆਨ ਆ। ਤਾਂ ਹੁਣ ਜਦੋਂ ਤੁਸੀਂ ਆਹ ਸਕਰੀਨ ਦੇਖ ਰਹੇ ਹੋ, ਤਾਂ ਇਹਦੇ ਤੇ ਤੁਸੀਂ ਕੀ ਸਮਝਦੇ ਹੋ ਕਿ ਕਿਹਦੇ ਵਿਵਹਾਰ ਦਾ ਗਿਆਨ, ਕਿਹਦੇ ਵਿਵਹਾਰ ਬਾਰੇ ਅਸੀਂ ਜਾਣਨਾ? ਸਟੂਡੈਂਟ ਦੇ ਬਾਰੇ। ਪਹਿਲੀ ਗੱਲ, ਸਟੂਡੈਂਟ ਦਾ ਬਿਹੇਵੀਅਰ ਕਿਹੋ ਜਿਹਾ ਹੋਣਾ ਚਾਹੀਦਾ ਗਾ? ਸਟੂਡੈਂਟ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਕਲਾਸ ਦੇ ਵਿੱਚ? ਜਾਂ ਤੁਸੀਂ ਉਹਦਾ ਜੋ ਬਿਹੇਵੀਅਰ ਬਣਾਉਣਾ, ਉਹ ਤੁਸੀਂ ਕਿਵੇਂ ਬਣਾਓਗੇ? ਕਿਉਂਕਿ ਬਿਹੇਵੀਅਰ, ਜਦੋਂ ਤੁਸੀਂ ਸਟੂਡੈਂਟ ਦੇ ਬਿਹੇਵੀਅਰ ਦੀ ਗੱਲ ਕਰਦੇ ਹੋ, ਤਾਂ ਮੋਡੀਫਿਕੇਸ਼ਨ ਆਫ ਬਿਹੇਵੀਅਰ, ਜਦੋਂ ਲਰਨਿੰਗ ਦੀ ਗੱਲ ਕਰਦੇ ਹੋ, ਕੀ ਗੱਲ ਆਪਾਂ ਕਰਦੇ ਹਾਂ ਉਹਦੇ 'ਚ ਕਿ ਇੱਕ ਬੱਚਾ ਇੱਕ ਬਿਹੇਵ ਲੈ ਕੇ ਆਉਂਦਾ, ਇੱਕ ਉਹਦਾ ਵਿਵਹਾਰ ਹੁੰਦਾ, ਉਹਨੂੰ ਅਸੀਂ ਕੁਝ ਸਿਖਾਉਣਾ, ਉਹਦੇ ਉਸ ਵਿਵਹਾਰ ਦੇ ਵਿੱਚ ਮੋਡੀਫਿਕੇਸ਼ਨ ਲੈ ਕੇ ਆਉਣੀ ਆ, ਹਨਾ। ਤਾਂ ਜਦੋਂ ਤੁਹਾਨੂੰ ਉਹਦੇ ਵਿਵਹਾਰ ਦੇ ਗਿਆਨ ਹੀ ਨਾ ਹੋਊਗਾ, ਸਾਈਕੋਲੋਜੀ ਨਹੀਂ ਆਉਂਦੀ ਹੋ, ਤਾਂ ਤੁਸੀਂ ਕਿਵੇਂ ਉਹਨੂੰ ਸਿਖਾ ਸਕੋਗੇ? ਤਾਂ ਪਹਿਲੀ ਗੱਲ, ਸਟੂਡੈਂਟ ਦੇ ਬਿਹੇਵੀਅਰ ਨੂੰ ਲੈ ਕੇ ਸਾਡੀ ਸਾਈਕੋਲੋਜੀ ਆ ਜੀ।
ਬੱਚੇ ਦਾ ਵਿਵਹਾਰ ਕਿਸ ਤਰ੍ਹਾਂ ਹੋਣਾ ਚਾਹੀਦਾ, ਕਿਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਸਿਖਾਉਣ ਲਈ ਉਹਦੇ ਵਿਵਹਾਰ 'ਚ ਕੀ ਚੇਂਜ ਕਰਨੇ ਨੇ, ਕੀ ਨਹੀਂ ਕਰਨੇ ਨੇ, ਇਹੀ ਪੈਡਾਗੋਗੀ ਹੈ। ਅਗਲੀ ਗੱਲ ਜੀ, ਤਾਂ ਤੁਹਾਨੂੰ ਬਹੁਤ ਸਾਰੇ ਕੁਐਸਚਨਸ ਆਉਂਦੇ ਨੇ ਜਿਸ ਦੇ ਵਿੱਚ ਆਉਂਦਾ ਕਿ ਬੱਚਾ ਇਸ ਤਰ੍ਹਾਂ ਵਿਵਹਾਰ ਕਰ ਰਿਹਾ, ਜਾਂ ਬੱਚੇ ਨੂੰ ਆਹ ਕੰਡੀਸ਼ਨ ਦੇ ਵਿੱਚ ਬੱਚਾ ਕਲਾਸ 'ਚ ਸ਼ਰਾਰਤਾਂ ਕਰ ਰਿਹਾ, ਬੱਚਾ ਕਿਸੇ ਪੇਪਰ ਨੂੰ ਸਮਝ ਨਹੀਂ ਪਾ ਰਿਹਾ, ਬਾਕੀ ਬੱਚਿਆਂ ਨਾਲੋਂ ਪਿੱਛੇ ਰਹਿ ਰਿਹਾ, ਵਗੈਰਾ ਵਗੈਰਾ ਵਗੈਰਾ। ਉਹਨਾਂ 'ਚ ਟੀਚਰ ਕੀ ਕਰੂਗਾ? ਇਟ ਮੀਨਸ ਉਹ ਸਟੂਡੈਂਟ ਦੇ ਬਿਹੇਵੀਅਰ ਨੂੰ ਲੈ ਕੇ ਕੁਐਸਚਨ ਪੁੱਛ ਰਹੇ ਨੇ। ਅਗਲੀ ਗੱਲ ਜੀ, ਟੀਚਰ ਹਨਾ, ਅਧਿਆਪਕ, ਟੀਚਰ। ਇਸ ਪ੍ਰੋਸੈਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਟੀਚਰ ਦਾ ਬਿਹੇਵੀਅਰ ਕਿਹੋ ਜਿਹਾ ਹੋਣਾ ਚਾਹੀਦਾ। ਪੈਡਾਗੋਗੀ ਦੇ ਵਿੱਚ ਸਾਨੂੰ ਬੜੇ ਸਾਰੇ ਕੁਐਸਚਨਸ ਆਉਂਦੇ ਨੇ ਕਿ ਟੀਚਰ ਕੀ ਕਰੂਗਾ ਉੱਥੇ। ਬੱਚੇ ਕਲਾਸ 'ਚ ਸ਼ਰਾਰਤਾਂ ਕਰ ਰਹੇ ਨੇ, ਜਾਂ ਆਪਾਂ ਕਹਿੰਦੇ ਆ ਕਿ ਇੱਕ ਬੱਚਾ ਜਿਹੜਾ ਹੈਗਾ ਉਹ ਘਰੋਂ ਕੰਮ ਨਹੀਂ ਕਰਕੇ ਆ ਰਿਹਾ, ਜਾਂ ਉਹ ਕੁਝ ਸਿੱਖ ਨਹੀਂ ਪਾ ਰਿਹਾ, ਟੀਚਰ ਉਹਦੇ ਮਾਪਿਆਂ ਨੂੰ ਦੱਸ ਦੂਗਾ ਜਾਂ ਹੈਡ ਮਾਸਟਰ ਨੂੰ ਦੱਸ ਦੂਗਾ, ਕਲਾਸ ਤੋਂ ਬਾਹਰ ਕੱਢ ਦੂਗਾ, ਢੁਕਵਾਂ ਉਸ ਮੁਸ਼ਕਲ ਦਾ ਹੱਲ ਦੇਊਗਾ, ਵਗੈਰਾ ਵਗੈਰਾ ਹਨਾ। ਤਾਂ ਉੱਥੇ ਸਾਨੂੰ ਕੀ ਪੁੱਛਿਆ ਜਾ ਰਿਹਾ ਕਿ ਤੁਹਾਡੇ ਅਕੋਰਡਿੰਗ ਦੱਸੋ ਬੱਚਿਓ ਕਿ ਪੈਡਾਗੋਗੀ ਦੇ ਅਕੋਰਡਿੰਗ ਟੀਚਰ ਦਾ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ। ਤਾਂ ਤੁਸੀਂ ਉਹਨਾਂ ਚਾਰਾਂ 'ਚੋਂ ਇੱਕ ਆਪਸ਼ਨ ਦਿੰਦੇ ਹੋ ਕਿ ਭਾਈ ਅਸੀਂ ਢੁਕਵਾਂ ਹੱਲ ਦੇਵਾਂਗੇ, ਬੱਚੇ ਨੂੰ ਘਰੇ ਭੇਜਣਾ ਕੋਈ ਹੱਲ ਨਹੀਂ, ਬੱਚੇ ਨੂੰ ਹੈਡਮਾਸਟਰ ਕੋਲੇ ਭੇਜਣਾ ਵੀ ਕੋਈ ਹੱਲ ਨਹੀਂ। ਟੀਚਰ ਪੈਡਾਗੋਗੀ ਸਾਨੂੰ ਕੀ ਸਿਖਾਉਂਦੀ ਹੈ ਕਿ ਟੀਚਰ ਆਪਦੇ ਕਲਾਸ ਦੇ ਮੁੱਦੇ, ਆਪਦੀ ਕਲਾਸ, ਬੱਚਿਆਂ ਦੀਆਂ ਮੁਸ਼ਕਲਾਂ ਖੁਦ ਆਪ ਹੱਲ ਕਰੋ। ਜਦੋਂ ਟੀਚਰ ਬੱਚੇ ਨੂੰ ਘਰੇ ਭੇਜ ਰਿਹਾ ਤਾਂ ਇਟ ਮੀਨਸ ਟੀਚਰ ਹਾਰ ਰਿਹਾ ਉੱਥੇ, ਤਾਂ ਉਹ ਤਾਂ ਆਪਾਂ ਹੋਣ ਨਹੀਂ ਦੇਣਾ। ਤਾਂ ਇੱਥੇ ਕੀ ਹੈ ਜੀ ਕਿ ਟੀਚਰ ਨੂੰ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ, ਇਹ ਸਾਨੂੰ ਸਾਈਕੋਲੋਜੀ ਸਿਖਾਉਂਦੀ ਹੈ। ਤੇ ਤੀਜਾ এনवायरमेंट ਤਾਂ ਹੈਗਾ ਹੀ ਆ। ਇਹਦੇ 'ਚ ਸਿੱਧੀ ਗੱਲ ਆ ਕਿ এনवायरमेंट ਕਿਹੋ ਜਿਹਾ ਹੋਣਾ ਚਾਹੀਦਾ। ਆਮ ਤੁਸੀਂ ਸਿੰਪਲ ਤਾਂ ਜਾਣਦੇ ਹੀ ਹੋ ਕਿ ਭਾਈ এনवायरमेंट 'ਚ ਰੌਲਾ ਰੱਪਾ ਨਹੀਂ ਹੋਣਾ ਚਾਹੀਦਾ, ਸਾਫ਼ ਹੋਣਾ ਚਾਹੀਦਾ, ਬੱਚਿਆਂ ਦੇ ਕੋਈ ਜਿਹੜਾ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਰੁਕਾਵਟ ਨਾ ਬਣੇ, ਉਹ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ, ਵਗੈਰਾ ਵਗੈਰਾ। ਇਦੋਂ ਥੋੜਾ ਜਿਹਾ ਇਹਨੂੰ ਜੇ ਆਪਾਂ ਕਨਸੈਪਟ ਨੂੰ ਖੋਲ ਕੇ ਦੇਖਦੇ ਹਾਂ ਤਾਂ ਸੈਕੂਲਰ ਹੋਣਾ ਚਾਹੀਦਾ, ਡੈਮੋਕ੍ਰੈਟਿਕ এনवायरमेंट ਹੋਣਾ ਚਾਹੀਦਾ, ਕਿਸੇ ਬੱਚੇ ਨਾਲ ਕੋਈ ਜਾਤ ਪਾਤ, ਧਰਮ, ਪੈਸਾ, ਕਲਾਸ ਇਹਨਾਂ ਦੇ ਬੇਸ ਤੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ, ਸਾਰਿਆਂ ਲਈ ਇਕੁਅਲ এনवायरमेंट ਹੋਣਾ ਚਾਹੀਦਾ। ਤਾਂ ਇਸ ਸਾਰੇ ਸੈਗਮੈਂਟ ਦੇ ਵਿੱਚ ਜਦੋਂ ਅਸੀਂ ਇਹਨੂੰ ਪੂਰੇ ਦੇ ਪੂਰੇ ਨੂੰ ਇੱਕ ਕੰਪਲੀਟ ਤੌਰ ਤੇ ਦੇਖਦੇ ਹਾਂ ਤਾਂ ਉਹਦੇ 'ਚ ਅਸੀਂ ਇਹੀ ਚੀਜ਼ ਦੇਖਦੇ ਹਾਂ ਕਿ ਐਜੂਕੇਸ਼ਨ ਸਾਈਕੋਲੋਜੀ ਜੋ ਸਾਡਾ ਕਨਸੈਪਟ ਆ ਉਹ ਦੋ ਸ਼ਬਦਾਂ ਤੋਂ ਜੁੜ ਕੇ ਬਣਿਆ, ਐਜੂਕੇਸ਼ਨ ਤੇ ਸਾਈਕੋਲੋਜੀ। ਐਜੂਕੇਸ਼ਨ ਦਾ ਮਤਲਬ ਆ ਕਿ ਬੱਚੇ ਦੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਬਾਹਰ ਲੈ ਕੇ ਆਉਣਾ। ਸਾਈਕੋਲੋਜੀ ਦਾ ਮਤਲਬ ਹੈ ਸਾਇੰਸ ਆਫ ਬਿਹੇਵੀਅਰ। ਐਜੂਕੇਸ਼ਨ ਦੇ ਵਿੱਚ ਤਿੰਨ ਚੀਜ਼ਾਂ ਪ੍ਰਮੁੱਖ ਤੌਰ ਤੇ ਕੰਮ ਕਰਦੀਆਂ, ਟੀਚਰ, ਸਟੂਡੈਂਟ ਤੇ এনवायरमेंट। ਜਦੋਂ ਅਸੀਂ ਇਹਨੂੰ ਸਾਈਕੋਲੋਜੀ ਨਾਲ ਜੋੜਦੇ ਹਾਂ ਤਾਂ ਸਾਡੇ ਸਾਹਮਣੇ ਕੀ ਕਨਸੈਪਟ ਨਿਕਲ ਕੇ ਆਉਂਦਾ ਕਿ ਟੀਚਰ ਦਾ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ ਜਾਂ ਕਿਹੋ ਜਿਹਾ ਨਹੀਂ ਹੋਣਾ ਚਾਹੀਦਾ, ਬੱਚੇ ਦਾ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਤੇ এনवायरमेंट ਕਿਹੋ ਜਿਹਾ ਹੋਣਾ ਚਾਹੀਦਾ। ਇਹ ਸਭ ਕੁਝ ਅਸੀਂ ਕਿਹੜੀ ਚੀਜ਼ 'ਚ ਸਿੱਖਦੇ ਹਾਂ? ਐਜੂਕੇਸ਼ਨ ਸਾਈਕੋਲੋਜੀ ਦੇ ਵਿੱਚ ਇਹ ਅਸੀਂ ਸਭ ਕੁਝ ਸਿੱਖਦੇ ਹਾਂ। ਠੀਕ ਹੈ ਜੀ, ਇੱਥੋਂ ਤੱਕ ਆਈ ਥਿੰਕ ਤੁਸੀਂ ਸਮਝ ਗਏ ਹੋਵੋਗੇ। ਅੱਗੇ ਚੱਲਦੇ ਹਾਂ ਜੀ ਅਸੀਂ ਇਸੇ ਕਨਸੈਪਟ ਨੂੰ ਜਦੋਂ ਅਸੀਂ ਅੱਗੇ ਲੈ ਕੇ ਜਾਂਦੇ ਹਾਂ, ਤਾਂ ਤੁਸੀਂ ਦੇਖ ਰਹੇ ਹੋਵੋਗੇ ਕਿ ਅਜੇ ਵੀ ਸਾਡਾ ਉਹ ਮੁੱਦਾ ਤਾਂ ਉੱਥੇ ਹੀ ਖੜਾ ਕਿ ਸਾਡੇ ਪੇਪਰ ਦਾ ਨਾਮ ਹੈਗਾ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ। ਇਹ ਤਾਂ ਅਸੀਂ ਗੱਲ ਸਮਝ ਲਈ ਕਿ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ ਜੋ ਸਾਨੂੰ ਟੈਟ ਦੇ ਵਿੱਚ ਸਾਡੇ ਸਿਲੇਬਸ ਦੇ ਇਸ ਕਨਸੈਪਟ ਦਾ ਨਾਮ ਦਿੱਤਾ, ਉਹ ਬੇਸਡ ਕਾਹਦੇ ਤੇ ਆ? ਐਜੂਕੇਸ਼ਨ ਸਾਈਕੋਲੋਜੀ ਤੇ ਬੇਸਡ ਆ। ਐਜੂਕੇਸ਼ਨ ਸਾਈਕੋਲੋਜੀ ਤੁਹਾਨੂੰ ਮਨੁੱਖ ਦੇ ਵਿਵਹਾਰ ਬਾਰੇ ਵੀ ਦੱਸੂਗੀ ਤੇ ਉਸ ਵਿਵਹਾਰ ਨੂੰ ਹੈਂਡਲ ਕਿਵੇਂ ਕਰਨਾ, ਟੀਚਰ ਕਿਵੇਂ ਬਿਹੇਵ ਕਰੂਗਾ, ਟੀਚਰ ਉਹਨਾਂ ਹਾਲਾਤਾਂ ਨੂੰ ਕਿਵੇਂ ਨਜਿੱਠੂਗਾ, ਜਿਸ ਨੂੰ ਅਸੀਂ ਪੈਡਾਗੋਗੀ ਕਹਿੰਦੇ ਆ, ਉਹਦੇ ਬਾਰੇ ਵੀ ਦੱਸੂਗੀ। ਠੀਕ ਹੈ ਜੀ। ਹੁਣ ਤੁਸੀਂ ਦੇਖੋ ਵੀ ਆਪਾਂ ਦੋ ਚੀਜ਼ਾਂ ਪੜ੍ਹੀਆਂ ਸੀ ਕਿ ਸਾਈਕੋਲੋਜੀ ਸਾਇੰਸ ਆਫ ਬਿਹੇਵੀਅਰ ਆ, ਪਰ ਅਗਲਾ ਗੱਲ ਜੋ ਆਹ ਕਨਸੈਪਟ ਟਾਈਟਲ ਸਾਨੂੰ ਦੱਸ ਰਿਹਾ ਕਿ ਭਾਈ ਤੁਸੀਂ ਬਿਹੇਵੀਅਰ ਤਾਂ ਸਾਰੀ ਉਮਰ ਦੇ ਲੋਕਾਂ ਦਾ ਹੀ ਆ। ਹੁਣ ਲਾਈਕ ਲੋਕ ਨੇ, ਇੱਕ ਕੋਈ 2 ਸਾਲ ਦਾ ਬੱਚਾ, ਕੋਈ 5 ਦਾ, ਕੋਈ 10 ਦਾ, ਕੋਈ 50 ਦਾ, ਕੋਈ 80 ਸਾਲ ਦਾ ਬਜ਼ੁਰਗ ਆ, ਸਭ ਦਾ ਆਪਦਾ ਬਿਹੇਵੀਅਰ ਆ। ਪਰ ਤੁਹਾਡਾ ਵਾਹ ਵਾਸਤਾ ਕਿਹਦੇ ਨਾਲ ਪੈਣਾ? ਇਹ ਵੀ ਤਾਂ ਗੱਲ ਸੋਚਣ ਵਾਲੀ ਆ ਨਾ ਕਿ ਤੁਹਾਡਾ ਵਾਹ ਵਾਸਤਾ ਕਿਹਦੇ ਨਾਲ ਪੈਣਾ। ਤਾਂ ਉੱਥੇ ਜਦੋਂ ਮੈਂ ਇਹ ਤੁਹਾਨੂੰ ਸਵਾਲ ਕਰਤਾ ਤਾਂ ਇਹਦਾ ਜਵਾਬ ਸਾਨੂੰ ਆਹ ਕਨਸੈਪਟ ਦੇਊਗਾ ਜੀ, ਚਾਈਲਡ ਡਿਵੈਲਪਮੈਂਟ। ਦੇਖੋ ਡਿਵੈਲਪਮੈਂਟ ਦੀਆਂ ਹੁੰਦੀਆਂ ਸਟੇਜਸ ਕਈ ਸਾਰੀਆਂ, ਹਨਾ, ਡਿਵੈਲਪਮੈਂਟ ਦੀਆਂ ਕਈ ਸਾਰੀਆਂ ਸਟੇਜਸ ਨੇ। ਹਾਲਾਂਕਿ ਅੱਗੇ ਜਾ ਕੇ ਆਪਾਂ ਸਿਲੇਬਸ 'ਚ ਉਹ ਚੀਜ਼ ਪੜ੍ਹਨੀ ਆ, ਪਰ ਜੇ ਮੈਂ ਇੱਥੇ ਇਸ ਕਨਸੈਪਟ ਨੂੰ ਕਲੀਅਰ ਕਰਾਂ, ਕੱਲੇ ਡਿਵੈਲਪਮੈਂਟ ਨੂੰ, ਜੇ ਮੈਂ ਕੱਲੇ ਡਿਵੈਲਪਮੈਂਟ ਨੂੰ ਕਲੀਅਰ, ਜੇ ਆਪਾਂ ਇਸ ਨੂੰ ਕਲੈਰੀਫਾਈ ਕਰਕੇ ਕੱਲੇ ਡਿਵੈਲਪਮੈਂਟ ਨੂੰ, ਤਾਂ ਡਿਵੈਲਪਮੈਂਟ 'ਚੋਂ ਕਿਹੜੀਆਂ ਸਟੇਜਸ ਨਿਕਲ ਕੇ ਆਉਂਦੀਆਂ ਨੇ, ਜਿਵੇਂ ਕਿ ਇਨਫੈਂਸੀ ਪੀਰੀਅਡ, ਹਨਾ ਜੀ,
ਇਨਫੈਂਸੀ ਪੀਰੀਅਡ 0 ਤੋਂ ਲੈ ਕੇ 2 ਸਾਲ ਦਾ ਸਮਾਂ ਆਫਟਰ ਬਰਥ। ਵੈਸੇ ਤਾਂ ਇੱਕ ਸਟੇਜ ਪ੍ਰੀ ਬਰਥ ਵੀ ਆ, ਜਿਹਨੂੰ ਪ੍ਰੀ ਇਨਫੈਂਸੀ ਪੀਰੀਅਡ ਕਹਿ ਦਿੰਦੇ ਆਪਾਂ, 0 ਤੋਂ ਲੈ ਕੇ 9 ਮਹੀਨਿਆਂ ਦਾ ਸਮਾਂ। ਇਨਫੈਂਸੀ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਚਾਈਲਡਹੁੱਡ ਪੀਰੀਅਡ ਦੀ। ਚਾਈਲਡਹੁੱਡ ਪੀਰੀਅਡ 3 ਤੋਂ 12 ਸਾਲ ਦਾ ਸਮਾਂ ਜੀ। ਇਹਨੂੰ ਅਸੀਂ ਦੋ ਟੋਟਿਆਂ ਦੇ ਵਿੱਚ ਵੰਡ ਲੈਂਦੇ ਹਾਂ ਜੀ, ਹਨਾ। ਇੱਕ ਨੂੰ ਅਸੀਂ ਪ੍ਰੀ ਚਾਈਲਡਹੁੱਡ ਕਹਿ ਲੈਂਦੇ ਹਾਂ, ਠੀਕ ਹੈ ਜੀ। ਪ੍ਰੀ ਚਾਈਲਡਹੁੱਡ 3 ਤੋਂ 7 ਸਾਲ ਦਾ ਸਮਾਂ। ਇੱਕ ਨੂੰ ਅਸੀਂ ਲੇਟਰ ਚਾਈਲਡਹੁੱਡ ਕਹਿ ਲੈਂਦੇ ਹਾਂ। ਲੇਟਰ ਚਾਈਲਡਹੁੱਡ ਸਮਾਂ ਜੋ ਤੁਸੀਂ ਕਹਿ ਸਕਦੇ ਹੋ ਕਿ 8 ਤੋਂ 12 ਸਾਲ ਦਾ ਸਮਾਂ, ਠੀਕ ਹੈ ਜੀ। ਚਾਈਲਡਹੁੱਡ ਜੇ ਸਟੇजेस ਦੀ ਗੱਲ ਕਰੀਏ, ਜੇ ਪ੍ਰੀ ਇਨਫੈਂਸੀ ਨੂੰ ਅਸੀਂ ਛੱਡ ਵੀ ਦਿੰਦੇ ਹਾਂ, ਚਾਈਲਡਹੁੱਡ ਆ ਗਿਆ ਜੀ। ਇਸ ਤੋਂ ਬਾਅਦ ਥਰਡ ਸਟੇਜ ਸਾਡੇ ਕੋਲੇ ਅਡੋਲਸੈਂਸ ਪੀਰੀਅਡ ਆਉਂਦੀ ਹੈ ਜੀ। ਅਡੋਲਸੈਂਸ ਪੀਰੀਅਡ ਜਿਹਨੂੰ ਤੁਸੀਂ ਕਿਸ਼ੋਰ ਅਵਸਥਾ ਕਹਿ ਦਿੰਦੇ ਹੋ, ਇਹਦੀ ਏਜ ਆ ਜਿਹੜੀ ਜੀ 13 ਤੋਂ 19 ਸਾਲ ਦਾ ਸਮਾਂ। ਫਿਰ ਤੁਸੀਂ ਗੱਲ ਕਰੋ ਕਿ ਸਾਡੇ ਕੋਲੇ ਅਡਲਟਹੁੱਡ ਆਉਂਦੀ ਹੈ ਜੀ। ਅਡਲਟਹੁੱਡ ਸਟੇਜ 20 ਤੋਂ 60 ਸਾਲ ਦਾ ਸਮਾਂ। ਵੈਸੇ ਇਹਨੂੰ ਵੀ ਦੋ ਪਾਰਟਸ 'ਚ ਵੰਡਿਆ ਜਾਂਦਾ, ਪ੍ਰੀ ਅਡਲਟਹੁੱਡ ਜਿਹੜੀ 20 ਤੋਂ 45 ਜਾਂ 40 ਸਾਲ ਦਾ ਸਮਾਂ, ਤੇ ਲੇਟਰ ਅਡਲਟਹੁੱਡ ਜਿਹੜੀ ਕਿ 45 ਤੋਂ 60 ਸਾਲ ਦਾ ਸਮਾਂ। ਤੇ ਉਸ ਤੋਂ ਬਾਅਦ ਇੱਕ ਆਉਂਦੀ ਹੈ ਜੀ ਇਨਸਾਨ ਦੀ ਡਿਵੈਲਪਮੈਂਟ ਦੀ ਸਟੇਜ 올ਡ ਏਜ, ਇਹ 60 ਪਲੱਸ ਆ ਜੀ, ਹਨਾ। ਤਾਂ ਜਦੋਂ ਅਸੀਂ ਇਨਸਾਨ ਨੂੰ ਡਿਵੈਲਪਮੈਂਟ ਦੇ ਪੁਆਇੰਟ ਆਫ ਵਿਊ ਤੋਂ ਸਟੇਜਾਂ 'ਚ ਵੰਡਦੇ ਆ ਨਾ, ਤਾਂ ਬੇਸਿਕਲੀ ਆ 5 ਸਟੇजेस ਤਾਂ ਸਾਡੇ ਸਾਹਮਣੇ ਆਉਂਦੀਆਂ ਹੀ ਆਉਂਦੀਆਂ। ਇਹਨਾਂ 5 ਸਟੇजेस ਦੇ ਵਿੱਚ ਜੇ ਤੁਸੀਂ ਇੱਕ ਸਟੇਜ ਹੋਰ ਵੀ ਜੋੜਨਾ ਚਾਹੁੰਦੇ ਹੋ, ਮਤਲਬ ਕਿ ਆਪਾਂ ਗੱਲ ਕਰੀਏ ਕਿ ਪ੍ਰੀ ਇਨਫੈਂਸੀ ਪੀਰੀਅਡ ਦੀ ਗੱਲ ਕਰੀਏ, ਜਿਹੜੀ ਕਿ ਜਨਮ ਤੋਂ ਪਹਿਲਾਂ ਦੀ ਸਟੇਜ ਆ, 0 ਤੋਂ ਲੈ ਕੇ 9 ਮੰਥ ਤੱਕ ਦਾ ਜਿਹੜਾ ਪ੍ਰੋਸੈਸ ਆ, ਜਿੱਥੇ ਇੱਕ ਐਗ ਤੋਂ ਬੱਚਾ ਬਣਦਾ, ਤਾਂ ਉਹ ਸਟੇਜ ਵੀ ਜੋੜ ਸਕਦੇ ਆ। ਪਰ ਬੇਸਿਕਲੀ ਆਪਾਂ ਆ ਜੋੜਦੇ ਆ। ਤਾਂ ਜਦੋਂ ਇੱਥੇ ਚਾਈਲਡ ਡਿਵੈਲਪਮੈਂਟ, ਹੁਣ ਤੁਸੀਂ ਇਹ ਸਟੇजेस, ਇਹ ਕਨਸੈਪਟ ਕਿਵੇਂ ਕਲੈਰੀਫਾਈ ਹੋਊਗਾ? ਇਹ ਆਏ ਹੋਊਗਾ ਜੀ ਕਿ ਦੇਖੋ, ਟੈਟ ਸਾਡੇ ਕੋਲੇ ਦੋ ਤਰ੍ਹਾਂ ਦੇ ਨੇ। ਪੀਐਸ ਟੈਟ ਦੇ ਪੁਆਇੰਟ ਆਫ ਵਿਊ ਤੋਂ ਹੀ ਦੇਖਦੇ, ਜਾਂ ਤੁਸੀਂ ਚਾਹੇ ਸੀ ਟੈਟ ਦੀ ਗੱਲ ਕਰ ਲਓ, ਤਾਂ ਉਹਦੇ ਚ ਦੋ ਪੇਪਰ ਹੁੰਦੇ ਨੇ ਜੀ। ਇੱਕ ਤਾਂ ਹੁੰਦਾ ਪੇਪਰ 1, ਜਿਹੜਾ ਪੇਪਰ 1 ਆ ਉਹ ਫਸਟ ਤੋਂ ਲੈ ਕੇ 5th ਕਲਾਸ ਤੱਕ ਪੜਾਉਣ ਵਾਲਾ ਪੇਪਰ ਆ, ਮਤਲਬ ਕਿ ਜਿਹੜੇ ਈਟੀਟੀ ਵਾਲੇ ਬੱਚੇ ਪੇਪਰ ਦਿੰਦੇ ਨੇ। ਇੱਕ 6ਵੀਂ ਤੋਂ ਲੈ ਕੇ 8ਵੀਂ ਕਲਾਸ ਤੱਕ ਪੜਾਉਣ ਵਾਲਾ ਪੇਪਰ, ਹਨਾ, ਜਿਹੜਾ ਬੀਐਡ ਕਰਕੇ ਬੱਚੇ ਟੈਟ ਦੇਣਗੇ, ਪੇਪਰ 2 ਦਿੰਦੇ ਨੇ। ਤਾਂ ਜੀ ਇੱਥੇ ਤੁਸੀਂ ਦੇਖੋ ਕਿ ਤੁਹਾਡਾ ਸੰਬੰਧ ਕਿਹੜੇ ਬੱਚੇ ਨਾਲ ਆ। ਤਾਂ ਡਿਵੈਲਪਮੈਂਟ ਬਿਹੇਵੀਅਰ ਸਿਰਫ ਅਸੀਂ ਉਸ ਬੱਚੇ ਤੱਕ ਦਾ ਹੀ ਜਾਣਨਾਗਾ। ਜਿਵੇਂ ਕਿ ਤੁਸੀਂ 5ਵੀਂ ਤੱਕ ਦੀ ਗੱਲ ਕਰਦੇ ਹੋ, ਤਾਂ ਸਕੂਲਿੰਗ, ਪ੍ਰੀ ਸਕੂਲਿੰਗ 3-3.25 ਸਾਲ ਦੇ ਬੱਚੇ ਦੀ ਸ਼ੁਰੂ ਹੁੰਦੀ ਹੈ, ਤਾਂ 6 ਸਾਲ ਤੱਕ ਬੱਚਾ ਉਹ ਐਲਕੇਜੀ, ਯੂਕੇਜੀ, ਕਿੰਡਰਗਾਰਟਨ ਕਨਸੈਪਟ 'ਚ ਰਹਿੰਦਾ, ਤੇ ਉਸ ਤੋਂ ਬਾਅਦ ਉਹਦੀ ਸਕੂਲਿੰਗ ਸਹੀ ਰੂਪ 'ਚ ਸ਼ੁਰੂ ਹੁੰਦੀ ਆ। ਤਾਂ ਤੁਸੀਂ ਮੰਨ ਕੇ ਚਲੋ ਕਿ 8-9 ਸਾਲ ਦਾ ਬੱਚਾ ਜਿਹੜਾ ਹੈਗਾ ਉਹ ਮਤਲਬ ਕਿ ਲਗਭਗ 9 ਸਾਲ ਦਾ ਬੱਚਾ ਕੋਈ 4th-5th ਸਟੈਂਡਰਡ ਤੱਕ ਜਾਂਦਾ ਹੈਗਾ। ਫਿਰ ਤੁਸੀਂ 8th ਤੱਕ ਗੱਲ ਕਰੋਗੇ, ਤਾਂ 8th ਤੱਕ ਤੁਸੀਂ ਮੰਨ ਕੇ ਚੱਲ ਸਕਦੇ ਹੋ ਕਿ ਲਗਭਗ 14 ਤੋਂ 16 ਸਾਲ ਦਾ ਬੱਚਾ ਅੰਦਾਜ਼ਨ 8th ਸਟੈਂਡਰਡ ਤੱਕ ਜਾਂਦਾ ਹੈਗਾ। ਤਾਂ ਜਦੋਂ ਅਸੀਂ ਇਸ ਚੀਜ਼ 'ਚ ਦੇਖਦੇ ਹਾਂ, ਤਾਂ ਸਾਡੇ ਬੱਚੇ ਜਿਨ੍ਹਾਂ ਨਾਲ ਤੁਹਾਡਾ ਵਾਹ ਵਾਸਤਾ, ਜਿਨ੍ਹਾਂ ਨੂੰ ਤੁਸੀਂ ਪੜਾਉਣਾ, ਜਿਨ੍ਹਾਂ ਦੇ ਬਿਹੇਵੀਅਰ ਬਾਰੇ ਤੁਸੀਂ ਸਿੱਖਣਾ, ਉਹ ਆਹ ਸਟੇਜ ਆ, ਮਤਲਬ ਕਿ ਅਡੋਲਸੈਂਸ ਤੱਕ ਤੁਸੀਂ ਸਿੱਖਣਾ। ਅਡਲਟਹੁੱਡ ਨੂੰ ਤਾਂ ਤੁਸੀਂ ਪੜਾਉਣਾ ਹੀ ਨਹੀਂ, ਤੇ 올ਡ ਏਜ ਨੂੰ ਵੀ ਤੁਸੀਂ ਪੜਾਉਣਾ ਨਹੀਂ ਹੈਗਾ। ਹਾਲਾਂਕਿ ਕੁਝ ਕੁ ਥੀਰੀਜ਼ ਦੇ ਵਿੱਚੋਂ ਇਹਨਾਂ ਚੋਂ ਕੁਐਸਚਨਸ ਕੁਝ ਆ ਸਕਦੇ ਨੇ, ਪਰ ਜਿਹੜੇ 99% ਕੁਐਸਚਨਸ ਨੇ ਉਹ ਸਿਰਫ ਤੁਹਾਨੂੰ ਅਡੋਲਸੈਂਸ ਤੱਕ ਹੀ ਆਉਣਗੇ। ਤਾਂ ਡਿਵੈਲਪਮੈਂਟ ਜਿਹੜੀ ਅਡੋਲਸੈਂਸ ਤੱਕ ਹੁੰਦੀ ਹੈ, ਜਿਹੜੇ ਬੱਚੇ ਨਾਲ ਤੁਹਾਡਾ ਵਾਹ ਵਾਸਤਾ ਹੈ, ਉਸ ਲੈਵਲ ਤੱਕ ਹੀ ਤੁਸੀਂ ਬਿਹੇਵੀਅਰ ਬਾਰੇ ਜਾਣਨਾਗਾ ਜੀ। ਇਹ ਚੀਜ਼ ਹੈ ਜੀ। ਤਾਂ ਚਾਈਲਡ ਡਿਵੈਲਪਮੈਂਟ ਮਤਲਬ ਕਿ ਬੱਚੇ ਦਾ ਵਿਕਾਸ ਜਿਹਦੇ ਨਾਲ ਤੁਹਾਡਾ ਸੰਬੰਧ ਆ, ਉਹ ਅਡੋਲਸੈਂਸ ਤੱਕ ਹੀ ਹੈ ਜੀ। ਕੋਈ 15, 16, 17 ਸਾਲ ਦੇ ਬੱਚੇ ਤੱਕ ਤੁਸੀਂ ਉਹਦੇ ਵਿਵਹਾਰ ਨੂੰ ਸਮਝਣਾ, ਤੁਸੀਂ ਇਹ ਗੱਲ ਸਮਝਣੀ ਆ ਕਿ ਕਿਸ ਤਰੀਕੇ ਨਾਲ ਮੈਂ ਇਹਨਾਂ ਨੂੰ ਸਿਖਾ ਸਕਦਾ, ਇਹਨਾਂ ਨੂੰ ਕੰਟਰੋਲ ਕਰ ਸਕਦਾ, ਮੈਂ ਇਹਨਾਂ ਨੂੰ ਮੋਟੀਵੇਟ ਕਰ ਸਕਦਾ। ਉਹ ਸਾਨੂੰ ਸਾਈਕੋਲੋਜੀ ਦੱਸੂਗੀ, ਇਹਦੇ ਵਿਚਲੇ ਵਿਦਵਾਨ ਜਿਨ੍ਹਾਂ ਨੇ ਥੀਰੀਜ਼ ਦਿੱਤੀਆਂ ਨੇ ਉਹ ਦੱਸਣਗੇ। ਤੁਹਾਨੂੰ ਪਿਆਜੇ ਦੱਸੂਗਾ ਕਿ ਬੱਚੇ ਦੇ ਦਿਮਾਗ ਦੀ ਕੀ ਕਾਬਲੀਅਤ ਆ। ਬੱਚਾ, ਇਨਸਾਨ ਬਣਦਾ ਹੀ ਉਹਦੇ ਦਿਮਾਗ ਨਾਲ ਆ। ਕਗਨੇਟਿਵ ਡਿਵੈਲਪਮੈਂਟ, ਕਿਸ ਤਰੀਕੇ ਨਾਲ ਮਾਨਸਿਕ ਡਿਵੈਲਪਮੈਂਟ ਹੁੰਦੀ ਹੈ ਬੱਚੇ ਦੀ। ਤੁਹਾਨੂੰ ਵੈਗੋਸਟੀ ਦੱਸੂਗਾ ਕਿ ਸੁਸਾਇਟੀ ਦਾ, ਲੈਂਗੁਏਜ ਦਾ, ਕਲਚਰ ਦਾ ਤੁਹਾਡੇ 'ਚ ਕੀ ਰੋਲ ਆ ਜੀ, ਠੀਕ ਹੈ ਜੀ। ਤੁਹਾਨੂੰ ਐਰਿਕ ਐਰਿਕਸਨ ਦੱਸੂਗਾ ਕਿ ਸਾਈਕੋ ਤੇ ਸੋਸ਼ਲ ਸੁਸਾਇਟੀ ਤੁਹਾਡੀ ਸਾਈਕੋਲੋਜੀ ਤੇ ਕਿਸ ਤਰੀਕੇ ਨਾਲ ਪ੍ਰਭਾਵ ਪਾਉਂਦੀ ਆ। ਫੇਰ ਹੀ ਤੁਸੀਂ ਸਮਝੋਗੇ ਨਾ ਕਿ ਇੱਕ ਬੱਚੇ ਨੂੰ ਚੰਗਾ ਜਾਂ ਮਾੜਾ ਬਣਾਉਣਾ ਕਿਸ ਤਰੀਕੇ ਨਾਲ ਬਣਾਇਆ ਜਾ ਸਕਦਾ, ਕਿਸ ਤਰੀਕੇ ਨਾਲ ਉਹਨੂੰ ਚੰਗੇ ਪਾਸੇ ਨੂੰ ਲਿਜਾਣਾ ਤੇ ਮਾੜੇ ਪਾਸੇ ਤੋਂ ਬਚਾਉਣਾ। ਤਾਂ ਇਹ ਸਭ ਕੁਝ ਸਾਈਕੋਲੋਜੀ ਤੁਹਾਨੂੰ ਸਿਖਾਊਗੀ ਜੀ। ਤਾਂ ਗੱਲ ਐਟ ਦਾ ਐਂਡ ਪੁਆਇੰਟ ਆਪਾਂ ਕਿੱਥੇ ਖਤਮ ਕਰੀਏ ਕਿ ਚਾਈਲਡ ਡਿਵੈਲਪਮੈਂਟ, ਬੱਚੇ ਦੇ ਵਿਕਾਸ ਦਾ ਜਿਹੜਾ
ਜਿਹੜਾ ਪੜਾਅ ਅਡੋਲਸੈਂਸ ਤੱਕ ਵੈਸੇ ਆਪਾਂ ਸਾਰਾ ਹੀ ਪੜਾਂਗੇ, ਪਰ ਜਿਹੜੇ ਤੁਹਾਡਾ ਵਾਹ ਵਾਸਤਾ ਅਡੋਲਸੈਂਸ ਤੱਕ ਆ, ਐਂਡ ਪੈਡਾਗੋਜੀ। ਜੋ ਜਿਨ੍ਹਾਂ ਬੱਚਿਆਂ ਨਾਲ ਤੁਹਾਡਾ ਸੰਬੰਧ ਆ ਉਹਨਾਂ ਦੇ ਵਿਵਹਾਰ ਬਾਰੇ ਪੜ੍ਹਨਾ ਤੁਸੀਂ, ਤੇ ਉਹਨਾਂ ਦੇ ਵਿਵਹਾਰ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦਾ ਇੱਕ ਸਿਸਟਮ ਮਾਹੌਲ ਕ੍ਰੀਏਟ ਕਰਨਾ ਕਲਾਸ ਦੇ ਵਿੱਚ ਕਿ ਉਹ ਸਹੀ ਤਰੀਕੇ ਨਾਲ ਸਿੱਖ ਸਕਣ। ਜੋ ਤੁਸੀਂ ਆਪਦੇ ਗੋਲ ਤੇ ਆਬਜੈਕਟਿਵਸ ਮੰਨ ਕੇ ਚੱਲਿਓ ਤੁਸੀਂ ਉਹਨੂੰ ਪੂਰਾ ਕਰ ਸਕੋ। ਤੁਹਾਨੂੰ ਐਜ਼ ਏ ਟੀਚਰ ਕਲਾਸ ਦੇ ਵਿੱਚ ਕਿਸ ਤਰੀਕੇ ਦਾ ਵਿਵਹਾਰ ਕਰਨਾ ਚਾਹੀਦਾ, ਉਹੀ ਪੈਡਾਗੋਜੀ ਹੈ। ਤਾਂ ਜਦੋਂ ਅਸੀਂ ਇਹਨੂੰ ਓਵਰਆਲ ਕਨਕਲੂਡ ਕਰੀਏ ਤਾਂ ਕਨਕਲੂਜਨ ਦੇ ਵਿੱਚ ਕੀ ਨਿਕਲ ਕੇ ਆਉਂਦਾ ਕਿ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਸਾਨੂੰ ਕੀ ਸਿਖਾਉਂਦੀ ਹੈ ਕਿ ਬੱਚੇ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਵਿਵਹਾਰ ਕੀ ਚੀਜ਼ ਆ, ਕਿਵੇਂ ਉਹਨੂੰ ਸਮਝਣਾ ਤੇ ਉਸ ਨੂੰ ਸਮਝਾਉਣ ਜਾਂ ਸਿਖਾਉਣ ਦੇ ਲਈ ਤੁਸੀਂ ਕਿਸ ਤਰ੍ਹਾਂ ਦਾ ਬਿਹੇਵ ਕਰੋ। ਬਸ ਇਹੀ ਚੀਜ਼ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ। ਬੇਸਿਕਲੀ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਕਿਸ ਤਰ੍ਹਾਂ ਹਰ ਅਸਪੈਕਟ ਆ ਜਿਹੜਾ ਉਹ ਸਹੀ ਕੰਮ ਕਰੂਗਾ, ਇਹੀ ਸਾਡਾ ਕਨਸੈਪਟ ਆ ਜੀ। ਠੀਕ ਹੈ ਜੀ, ਤੇ ਇਹ ਸਾਡੀ ਇੰਟਰੋਡਕਸ਼ਨ ਆ ਜੀ। ਇਹ ਸਾਡੀ ਅੱਜ ਤੁਸੀਂ ਇਸ ਦੇ ਵਿੱਚ ਜਸਟ ਇੱਕ ਪਹਿਲਾ ਪੈਰ ਪੁੱਟਣ ਜਾ ਰਹੇ ਹੋ ਕਿ ਇਸ ਸਬਜੈਕਟ ਨੂੰ, ਸਾਈਕੋਲੋਜੀ ਨੂੰ ਤੁਸੀਂ ਕਿਸ ਤਰ੍ਹਾਂ ਸਮਝਣਾ। ਅੱਗੇ ਜਿਹੜਾ ਸਾਡਾ ਵੈਸੇ ਵੀ ਤੁਸੀਂ ਜਦੋਂ ਸਿਲੇਬਸ ਦੇਖਦੇ ਹੋ ਤਾਂ ਗਰੋਥ ਐਂਡ ਡਿਵੈਲਪਮੈਂਟ ਜਿਹੜਾ ਪਹਿਲਾ ਪਾਰਟ ਆ ਸਾਡਾ, ਪਹਿਲਾ ਚੈਪਟਰ ਆ, ਉਹ ਇੱਥੋਂ ਹੀ ਸ਼ੁਰੂਆਤ ਹੁੰਦੀ ਆ। ਤਾਂ ਉਹਦੇ ਲਈ ਆਪਾਂ ਨੈਕਸਟ ਕਲਾਸ 'ਚ ਮਿਲਦੇ ਹਾਂ। ਅੱਜ ਲਈ ਸਾਡਾ ਆਈ ਹੋਪ ਤੁਸੀਂ ਇਸ ਚੀਜ਼ ਨੂੰ ਸਮਝ ਸਕੇ ਹੋਵੋਗੇ। ਤੁਸੀਂ ਇਸ ਚੀਜ਼ ਨੂੰ ਧਿਆਨ ਨਾਲ ਜਿਹੜਾ ਹੈਗਾ ਤੁਹਾਡਾ ਮਾਈਂਡ ਨੇ ਇਸ ਚੀਜ਼ ਨੂੰ ਜਿਹੜਾ ਜ਼ਰੂਰ ਕੈਪਚਰ ਕਰ ਲਿਆ ਹੋ, ਸਮਝ ਲਿਆ ਹੋ ਤੁਸੀਂ ਇਸ ਚੀਜ਼ ਨੂੰ, ਤੇ ਅੱਗੇ ਆਪਾਂ ਸਬਜੈਕਟ 'ਚ ਅੱਗੇ ਚੱਲਾਂਗੇ। ਅੱਜ ਲਈ ਇੰਨਾ ਕਾਫੀ ਆ। ਸ਼ੁਕਰੀਆ, ਥੈਂਕ ਯੂ, ਮਿਹਰਬਾਨੀ।